ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਜੇ ਤੁਹਾਡਾ ਵਿਆਹ ਹੋ ਚੁੱਕਿਆ ਤਾਂ ਧਿਆਨ ਨਾਲ ਸੁਣੋ, ਜੇ ਹੋਣ ਵਾਲਾ ਹੈ ਤਾਂ ਧਿਆਨ ਨਾਲ ਸੁਣੋ, ਜੇ ਮੁਹੱਬਤ ਵਿੱਚ ਕੋਈ ਮੁਸ਼ਕਲਾਂ ਆ ਰਹੀਆਂ ਨੇ ਤਾਂ ਧਿਆਨ ਨਾਲ ਸੁਣੋ, ਜੇ ਜਾਇਦਾਦ ਦੇ ਮਸਲੇ ਨੇ ਤਾਂ ਵੀ ਧਿਆਨ ਨਾਲ ਸੁਣੋ। ਹੁਣ ਬੈਠ ਗਿਆ ਆਰਾਮ ਨਾਲ। ਹਿਮਾਚਲ ਪ੍ਰਦੇਸ਼ ਵਿੱਚ ਵੋਟਾਂ ਪੈ ਚੁੱਕੀਆਂ ਨੇ ਤੇ ਗੁਜਰਾਤ ਵਿੱਚ ਪੈਣ ਵਾਲੀਆਂ ਨੇ। ਜਿਵੇਂ ਹੀ ਚੋਣਾਂ ਸਿਰ ਉੱਤੇ ਆਈਆਂ ਤਾਂ ਦੋਹਾਂ ਰਾਜਾਂ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਲੋਕਾਂ ਨੇ ਦੁਬਾਰਾ ਉਹਨਾਂ ਦੀ ਪਾਰਟੀ ਨੂੰ ਚੁਣਿਆ, ਭਾਜਪਾ ਨੂੰ ਚੁਣਿਆ, ਤਾਂ ਉਹ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦੇਵੇਗੀ। ਯੂਨੀਫਾਰਮ ਸਿਵਲ ਕੋਡ ਮਤਲਬ ਸਮਾਨ ਨਾਗਰਿਕ ਜ਼ਾਬਤਾ। ਇਹ ਉਹ ਕਾਨੂੰਨ ਹੈ ਜਿਹਦੇ ਥੱਲੇ ਵਿਆਹ, ਤਲਾਕ, ਜੇ ਵੱਖਰੇ ਹੋ ਜਾਣ ਪਤੀ ਪਤਨੀ ਤਾਂ ਕੌਣ ਕਿਸ ਨੂੰ ਕਿੰਨੇ ਪੈਸੇ ਗੁਜ਼ਰ ਬਸਰ ਲਈ ਦੇਵੇਗਾ, ਬੱਚੇ ਕਿਸ ਕੋਲ ਜਾਣਗੇ, ਕਿਸ ਨੂੰ ਸੌਂਪੇ ਜਾਣਗੇ, ਜਾਇਦਾਦ ਉੱਤੇ ਕਿਸ ਦਾ ਕਿੰਨਾ ਹੱਕ ਹੋਵੇਗਾ ਤੇ ਕੌਣ ਕਿਵੇਂ ਬੱਚਾ ਗੋਦ ਲੈ ਸਕੇਗਾ ਜਾਂ ਨਹੀਂ ਲੈ ਸਕੇਗਾ, ਤੁਹਾਡੀ ਜ਼ਾਤੀ ਜ਼ਿੰਦਗੀ ਨਾਲ ਸੰਬੰਧਿਤ ਸਾਰੇ ਕਾਨੂੰਨ ਇਹਦੇ ਥੱਲੇ ਆ ਜਾਣਗੇ। ਭਾਜਪਾ ਦੇ ਸਰਵੇ ਸਰਵਾ ਅਤੇ ਗ੍ਰਹਿ ਮੰਤਰੀ ਕਦੇ ਕਈ ਲੋਕ ਤਾਂ ਕਹਿੰਦੇ ਹਨ ਕਿ ਦੇਸ਼ ਦੇ ਅਸਲੀ ਪ੍ਰਧਾਨ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਹੁਣ ਫੇਰ ਕਿਹਾ ਕਿ ਅਸੀਂ ਤਾਂ ਇਹ ਸਮਾਨ ਨਾਗਰਿਕ ਜ਼ਾਬਤਾ ਯੂਨੀਫਾਰਮ ਸਿਵਲ ਕੋਡ ਬਣਾ ਕੇ ਹੀ ਰਹਿਣਾ। ਇੱਕ ਤੋਂ ਬਾਅਦ ਇੱਕ ਸੂਬੇ ਨੇ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਯੂਨੀਫਾਰਮ ਸਿਵਲ ਕੋਡ ਆਇਆ ਕਿ ਆਇਆ। ਕਰਨਾਟਕ ਵਿੱਚ ਅਗਲੇ ਸਾਲ ਇਲੈਕਸ਼ਨ ਹੈ, ਉੱਥੋਂ ਵੀ ਇਸੇ ਹਫ਼ਤੇ ਸ਼ੁੱਕਰਵਾਰ ਨੂੰ ਐਲਾਨ ਹੋ ਗਿਆ। ਅਸਾਮ ਤਿਆਰ ਹੈ। ਉੱਤਰਾਖੰਡ ਵਿੱਚ ਤਾਂ ਖੈਰ ਗੱਲ ਇਸ ਤੋਂ ਬਹੁਤ ਅੱਗੇ ਲੰਘ ਚੁੱਕੀ ਹੈ। ਭਾਜਪਾ ਨੇ ਇਸ ਹਫ਼ਤੇ ਖੁੱਲ੍ਹੇਆਮ ਐਲਾਨੀਆਂ ਕਹਿ ਦਿੱਤਾ ਹੈ ਕਿ ਸੂਬਿਆਂ ਵਿੱਚ ਕੰਮ ਸ਼ੁਰੂ ਹੋ ਗਿਆ ਤੇ ਜੇ 2024 ਵਿੱਚ ਕੇਂਦਰ ਵਿੱਚ ਵੀ ਨਰਿੰਦਰ ਮੋਦੀ ਦੀ ਦੁਬਾਰਾ ਸਰਕਾਰ ਬਣੀ ਤਾਂ ਸਾਰੇ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਵੇਗਾ। ਇਹ ਮਾਮਲਾ ਬਹੁਤ ਸੰਜੀਦਾ, ਬਹੁਤ ਪੇਚੀਦਾ ਵੀ ਹੈ। ਪਿਛਲੇ 75 ਸਾਲ ਤੋਂ ਫਸਿਆ ਪਿਆ। ਇਸੇ ਮਾਮਲੇ ਵਿੱਚ ਜਵਾਹਰ ਲਾਲ ਨਹਿਰੂ ਵੀ ਫਸੇ, ਪਟੇਲ ਵੀ ਫਸੇ ਜਿਹੜੇ ਬੀਜੇਪੀ ਲਈ ਸਰਦਾਰ ਨੇ, ਤੇ ਅੰਬੇਦਕਰ ਸਾਹਿਬ ਵੀ ਫਸੇ। ਅੰਬੇਦਕਰ ਹੋਰਾਂ ਨੂੰ ਤਾਂ ਖੈਰ ਅਸਤੀਫਾ ਦੇ ਕੇ ਬਾਹਰ ਹੀ ਹੋਣਾ ਪਿਆ ਸੀ। ਭਾਜਪਾ ਦਾ ਕਹਿਣਾ ਹੈ ਕਿ ਉਹਦੇ ਤਾਂ ਮੁੱਢ ਕਦੀਮ ਤੋਂ ਹੀ 3 ਵੱਡੇ ਮੁੱਦੇ ਸਨ। ਅਯੁੱਧਿਆ ਵਿੱਚ ਰਾਮ ਮੰਦਿਰ, ਕਸ਼ਮੀਰ ਤੋਂ ਧਾਰਾ 370 ਹਟਾਣਾ ਤੇ ਤੀਸਰਾ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ। 2 ਕੰਮ ਹੋ ਗਏ ਨੇ, ਤੀਜੇ ਦੀ ਵਾਰੀ ਆ ਗਈ ਹੈ। ਇੱਕ ਗੱਲ ਪੱਕੀ ਹੈ ਕਿ ਮੁਲਕ ਵਿੱਚ ਪੁਆੜਾ ਵੱਡਾ ਪੈਸੀ। ਅਕਾਲੀ ਦਲ ਨੇ ਠੋਕ ਵਜਾ ਕੇ ਕਹਿ ਦਿੱਤਾ ਕਿ ਆਰਐਸਐਸ ਤੇ ਭਾਜਪਾ ਹੁਣ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲੱਗੇ ਹਨ। ਘੱਟ ਗਿਣਤੀਆਂ ਨੂੰ ਡਰਾਉਣ ਲਈ ਯੂਨੀਫਾਰਮ ਸਿਵਲ ਕੋਡ ਦਾ ਹਊਆ ਖੜਾ ਕੀਤਾ ਜਾ ਰਿਹਾ ਹੈ। ਇੰਨੀਆਂ ਵਿਭਿੰਨਤਾਵਾਂ ਵਾਲੇ ਮੁਲਕ ਨੂੰ, ਇੰਨੀਆਂ ਡਾਇਵਰਸਿਟੀਜ਼ ਵਾਲੇ ਹਿੰਦੁਸਤਾਨ ਨੂੰ ਇੱਕੋ ਸੂਈ ਦੇ ਨੱਕੇ ਵਿੱਚੋਂ ਕੱਢਣ ਦੀ ਕੋਸ਼ਿਸ਼ ਹੈ, ਇਹ ਅਕਾਲੀ ਦਲ ਕਹਿ ਰਿਹਾ। ਮੋਟੀ ਗੱਲ ਇਹ ਹੈ ਕਿ ਯੂਨੀਫਾਰਮ ਸਿਵਲ ਕੋਡ ਦੇ ਮਾਮਲੇ ਨੂੰ ਇੱਕ ਧਿਰ ਵੱਲੋਂ ਮੁਸਲਮਾਨਾਂ ਤੇ ਬਾਕੀ ਘੱਟ ਗਿਣਤੀਆਂ ਖਿਲਾਫ ਇੱਕ ਮੁਹਿੰਮ ਵਜੋਂ ਦੇਖਿਆ ਜਾਂਦਾ, ਪਰ ਮਸਲੇ ਦਰਅਸਲ ਪੇਚੀਦਾ ਹਨ। ਜਿਹੜੇ ਕਾਨੂੰਨ ਤਹਿਤ ਹੁਣ ਤੱਕ ਹਿੰਦੂ, ਸਿੱਖ, ਮੁਸਲਮਾਨ ਜਾਂ ਬਾਕੀ ਆਪਣੀਆਂ ਜ਼ਾਤੀ ਜ਼ਿੰਦਗੀਆਂ ਬਸਰ ਕਰਦੇ ਰਹੇ ਹਨ, ਵਿਆਹ ਕਰਦੇ ਰਹੇ ਹਨ, ਤਲਾਕ ਕਰਦੇ ਰਹੇ ਹਨ, ਬੱਚਿਆਂ ਦੇ ਫੈਸਲੇ ਕਰਦੇ ਰਹੇ ਨੇ, ਜਾਇਦਾਦਾਂ ਦਾ ਬਟਵਾਰਾ ਕਰਦੇ ਰਹੇ ਨੇ, ਉਹਨਾਂ ਕਾਨੂੰਨਾਂ ਵਿੱਚ ਬੜੀਆਂ ਖਾਮੀਆਂ ਹਨ। ਔਰਤਾਂ ਖਿਲਾਫ ਵਿਤਕਰਾ ਤਾਂ ਖੈਰ ਉਹਨਾਂ ਦੇ ਵਿੱਚ ਇੱਕ ਕਾਮਨ ਗੱਲ ਹੈ। ਇੱਕ ਵੱਡਾ ਆਰਗੂਮੈਂਟ ਇਹ ਵੀ ਹੈ ਕਿ ਸੰਵਿਧਾਨ ਅਨੁਸਾਰ ਯੂਨੀਫਾਰਮ ਸਿਵਲ ਕੋਡ ਬਣਾਉਣਾ ਹੀ ਬਣਾਉਣਾ ਹੈ। ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਯੂਨੀਫਾਰਮ ਸਿਵਲ ਕੋਡ ਬਣਾਓ। 75 ਸਾਲਾਂ ਬਾਅਦ ਹੁਣ ਸੁਪਰੀਮ ਕੋਰਟ ਵੀ ਇਸ ਵਿੱਚ ਜੰਪ ਕਰ ਚੁੱਕੀ ਹੈ ਕਿ ਯੂਨੀਫਾਰਮ ਸਿਵਲ ਕੋਡ ਬਣਾਉਣਾ ਹੈ ਤੇ ਕੇਂਦਰ ਨੂੰ ਪੁੱਛ ਰਹੀ ਹੈ। ਸਰਕਾਰ ਜਾ ਕੇ ਅਦਾਲਤ ਦੇ ਵਿੱਚ ਗੱਲ ਕਰ ਰਹੀ ਹੈ, ਸੂਬੇ ਕਾਨੂੰਨ ਬਣਾ ਰਹੇ ਨੇ। ਤੇ ਸਾਡੇ ਨਾਲ ਐਡਵੋਕੇਟ ਅਰਜੁਨ ਸ਼ਰੌਨ ਜੀ ਨੇ ਜਿਹੜੇ ਕਾਨੂੰਨ ਨੂੰ, ਸੰਵਿਧਾਨ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਇਸ ਯੂਨੀਫਾਰਮ ਸਿਵਲ ਕੋਡ ਵਾਲੇ ਮੁੱਦੇ ਨਾਲ ਸਾਲਾਂ ਤੋਂ ਨਜਿੱਠ ਰਹੇ ਨੇ। ਤੇ ਸਾਡੇ ਨਾਲ ਸਰਦਾਰ ਜਗਮੋਹਨ ਸਿੰਘ ਜੀ ਨੇ, ਵਰਲਡ ਸਿੱਖ ਨਿਊਜ਼ ਦੇ ਐਡੀਟਰ ਨੇ, ਸਿੱਖ ਲੈਜਿਸਲੇਟਿਵ ਅਫੇਅਰਸ ਦੇ, ਸਿੱਖ ਕਮਿਊਨਿਟੀ ਨਾਲ ਜੁੜੇ ਕਾਨੂੰਨੀ ਮੁੱਦਿਆਂ ਦੇ ਐਕਸਪਰਟ ਨੇ। ਇੱਕ ਲੰਬੇ ਸਮੇਂ ਤੋਂ ਇਸ ਗੱਲ ਦੇ ਉੱਤੇ ਕੰਮ ਕਰਦੇ ਆ ਰਹੇ ਨੇ ਕਿ ਕੀ ਇਹਦੇ ਨਾਲ ਜਿਹੜੇ ਸਿੱਖਾਂ ਦੇ ਆਪਣੇ ਸ਼ਖਸੀ ਕਾਨੂੰਨ ਨੇ, ਆਨੰਦ ਮੈਰਿਜ ਐਕਟ ਹੈ, ਗੁਰਦੁਆਰਿਆਂ ਦੀ ਮੈਨੇਜਮੈਂਟ ਦੇ ਮਾਮਲੇ ਜੁੜੇ ਨੇ, ਸਿੱਖ ਦੀ ਪਰਿਭਾਸ਼ਾ ਦੇ ਮਾਮਲੇ ਨੇ, ਇਹ ਸਾਰੇ ਕਿਵੇਂ ਜੁੜਨਗੇ, ਸਿੱਖਾਂ ਦੇ ਵਿਆਹ, ਤਲਾਕ, ਇਹ ਸਭ ਕਿਵੇਂ ਹੋਣਗੇ, ਇਹਨਾਂ ਨੂੰ ਇਹ ਕਾਨੂੰਨ ਕਿਸ ਤਰੀਕੇ ਨਾਲ ਲਵੇਗਾ। ਕਮਿਊਨਿਟੀਜ਼ ਦੇ ਬਹੁਤ ਸਾਰੇ ਖਦਸ਼ੇ ਹੁੰਦੇ ਨੇ, ਮਾਈਨੋਰਿਟੀ ਕਮਿਊਨਿਟੀ ਦੇ ਖਦਸ਼ੇ ਜ਼ਿਆਦਾ ਤਿੱਖੇ ਤਰੀਕੇ ਨਾਲ ਸਾਹਮਣੇ ਪੇਸ਼ ਹੁੰਦੇ ਨੇ। ਅਰਜੁਨ ਸ਼ਰੌਨ ਜੀ, what exactly the government wants? ਸਰਕਾਰ ਇਹ ਕਹੇਗੀ ਕਿ ਹਿੰਦੁਸਤਾਨ ਦਾ ਸੰਵਿਧਾਨ ਦੇਖੋ, ਉਹਦੇ ਵਿੱਚ ਧਾਰਾ 44 ਜਿਹੜਾ ਡਾਇਰੈਕਟਿਵ ਪ੍ਰਿੰਸੀਪਲਸ ਨੇ ਕਿ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਉਹਦੇ ਵਿੱਚ ਲਿਖਿਆ ਕਿ ਯੂਨੀਫਾਰਮ ਸਿਵਲ ਕੋਡ ਬਣਾਓ
ਤੇ ਇਹ ਗੱਲ ਠੀਕ ਹੈ ਕਿ ਜਨਸੰਘ ਦੇ ਸਮਿਆਂ ਤੋਂ, ਭਾਰਤੀ ਜਨਸੰਘ ਦੇ ਸਮਿਆਂ ਤੋਂ ਉਹ ਕਹਿ ਰਹੇ ਸਨ ਕਿ ਅਸੀਂ ਜਿਸ ਦਿਨ ਸੱਤਾ ਵਿੱਚ ਆਏ ਅਸੀਂ ਰਾਮ ਮੰਦਿਰ ਬਣਾ ਦੇਾਂਗੇ, ਧਾਰਾ 370 ਹਟਾ ਦੇਾਂਗੇ ਤੇ यूनिफॉर्म सिविल कोड लागू कर देंगे। एक कर दिता, दो कर दिता, तीजा करन जा रहे हैं। इन्ना वावेला क्यों है? एसपी जी, ये इनका मैनिफेस्टो का मामला है। सबसे बड़ी बात ये है क्योंकि डायरेक्टर प्रिंसिपल तो कई और भी हैं जो कहते हैं कि लोगों में समानता होनी चाहिए, औरत मर्द में समानता होनी चाहिए, कोई कॉन्सेंट्रेशन ऑफ वेल्थ नहीं होनी चाहिए। तो अदानी अंबानी साहब के पास जो इतना पैसा जा रहा है वो कहाँ जा रहा है, क्या वो डायरेक्टर प्रिंसिपल्स के हिसाब से है या नहीं? जो लेबर है इस देश की उसको इक्वल वेज मिलनी चाहिए, प्रॉपर वेज मिलनी चाहिए। तो ये कई सारी चीजें हमारे जो कॉन्स्टिट्यूशन मेकर्स थे उन्होंने सोची थी कि ये एक आइडियल सिचुएशन में जब वक्त आएगा, रिसोर्सेज होंगे, समय होगा, उस वक्त हम इन चीजों को लागू करेंगे। पर ये दो चीजों पे ही कॉन्सेंट्रेट करते हैं। नंबर एक कहते हैं कि काउ प्रोटेक्शन के लिए हम लॉज लेके आएंगे, वो भी डायरेक्टिव प्रिंसिपल्स में, वो भी डायरेक्टिव प्रिंसिपल्स में है। और दूसरी चीज की बात करते हैं यूसीसी। मेरा मानना है, मैं काफी लोगों की डिबेट देख के, मैं लॉ कमीशन की रिपोर्ट पढ़ के आया हूं और अल्टीमेटली मुझे नहीं लगता कि भाजपा खुद भी चाहती है कि असली में यूसीसी आए, क्योंकि यूसीसी अपने आप में इतना कॉम्प्लिकेटेड, बिल्कुल वो एक एज एन आइडिया उनको लगता होगा कि कर लेंगे। देखो 26 नवंबर ਨੂੰ ਸੰਵਿਧਾਨ ਦਿਵਸ ਮਨਾਇਆ ਤੇ ਕੁਝ ਘੰਟੇ ਪਹਿਲਾਂ ਅਮਿਤ ਸ਼ਾਹ ਹੋਰਾਂ ਨੇ ਵੱਡੇ ਚੈਨਲਾਂ ਦੇ ਉੱਤੇ ਇੰਟਰਵਿਊ ਦਿੱਤੀ ਹੈ ਤੇ ਉਹਨਾਂ ਨੇ ਬਹੁਤ ਸਪਸ਼ਟ ਕਿਹਾ ਕਿ ਪਹਿਲੀ ਗੱਲ ਸੂਬਿਆਂ ਵਿੱਚ ਤਾਂ ਹੁਣੇ ਹੀ ਲਿਆ ਰਹੇ ਆ, ਇੱਕ ਤੋਂ ਬਾਅਦ ਦੂਸਰੇ ਸੂਬੇ ਦੇ ਵਿੱਚ, ਤੇ ਜੇ 2024 ਵਿੱਚ ਨਰਿੰਦਰ ਮੋਦੀ साहब आ गए दोबारा यूनिफॉर्म सिविल कोड ਅਸੀਂ सारे कंट्री च लियावांगे। ही इज वेरी क्लियर ऑन इट। उन्होंने ये भी कहा है कि हमने कमेटी बिठा दी है टू सीक के बनना चाहिए, नंबर एक जी। दूसरा मुझे लगता है ये फिर से एक इलेक्शन का जुमला है कि अभी हमारे दो मुद्दे हो गए, अब 2024 के लिए एक मुद्दा डिवाइसिव सा मुद्दा है वो हो जाएगा। सर यही आप मंदिर के बारे में कहते, इलेक्शन का जुमला हुंदा सीगा, धारा 370 इलेक्शन का जुमला हुंदा सी, अगले करके दिखाते रहे। एसपी जी, वो दोनों जो स्टेप्स थे उनमें भी कई प्रॉब्लम्स हैं, उस पे हमारे डिबेट हो चुके हैं, यहीं पे हमने डिबेट की जी। बात ये है कि यूनिफॉर्म सिविल कोड से ज्यादा जरूरी है रिफॉर्म ऑफ लॉ। चाहे फैमिली लॉ के अंदर सक्सेशन की बात हो, अडॉप्शन की बात हो, प्रॉपर्टी की बात हो, जो इतने सारे केसेस हमारे चलते हैं जहां पे डाइवोर्स नहीं होता, 15-15 साल तक लोग डाइवोर्स नहीं ले पाते, हालांकि लोग अलग रह रहे होते हैं 15-20 साल तक। मैं वकीलों में जानता हूं मर्द और औरतें हर धर्म के उनको दिक्कतें आ रही है। तो कई रिफॉर्म्स की जरूरत है, इसका कोई डाउट नहीं है। पर क्या इतने बड़े देश पे जिसकी पॉपुलेशन दुनिया की सबसे बड़ी होने जा रही है, जहां पे इतनी विविधताएं, एथनिसिटी, रेस, क्लास, कास्ट, कितनी चीजें हैं, उसमें आप एक ही पर्सनल लॉ कर देंगे? क्योंकि देखिए हमारा क्रिमिनल लॉ कॉमन है, हमारे बाकी सारे लॉ कॉमन है, पर अगर आप इसमें करेंगे मतलब क्या ये भाजपा की सरकार कहेगी कि अगर कॉमन सिविल लॉ कोड होगा तो जो हिंदू अनडिवाइडेड फैमिली है उनको टैक्स एग्जेम्पशन वगैरह मिलती है वो खत्म हो जाएंगी क्या? या वो सबको मिल जाएंगी? हिंदू होंदे पैसे मिलते हैं एक तरीके ਨਾਲ फायदा ਹੁੰਦਾ ਹੈ। ਜੇ ਤੁਸੀਂ ਐਜ਼ ਹਿੰਦੂ ਅਨਡਿਵਾਈਡਡ ਫੈਮਿਲੀ ਤੁਸੀਂ ਸਰਕਾਰ ਨੂੰ ਟੈਕਸ ਕਮ ਦੇਣਾ ਪੜਦਾ, ਤੁਹਾਨੂੰ ਘੱਟ ਟੈਕਸ ਦੇਣਾ ਪੈਂਦਾ ਹੈ। ਜੇ ਮੈਂ ਮੁਸਲਮਾਨ ਹਾਂ ਤਾਂ ਟੈਕਸ ਜ਼ਿਆਦਾ ਪੈਂਦਾ, ਫਿਰ ਹਿੰਦੂ अनडिवाइडेड फैमिली बिल्कुल ਤੇ यूनिफॉर्म सिविल कोड हो जाएगा तो ये ਜਿਹੜਾ फायदा है नहीं पहुंच पाएगा। ये सवाल होगा क्या ये बेनिफिट सबको दे दिया जाएगा? क्या ये अल्टीमेटली ये अगर यूनिफॉर्म सिविल कोड हो जाएगा तो क्या ये मान लेंगे कि जो बेनिफिट्स कुछ और रिलीजन में हैं, जैसे इस्लाम में कुछ ये होता है कंपल्सरली कुछ प्रॉपर्टी आपको अपने रिश्तेदारों को देनी पड़ेगी, 1/3 की बात होती है, क्या वो हिंदुइज्म में भी आ जाएगा? तो हर और कई ट्राइबल प्रैक्टिसेस हैं वो बहुत प्रोग्रेसिव भी होती हैं, इजी डाइवोर्स होता है, क्या वो लेके आएंगे? तो तभी लॉ कमीशन ने कहा था कि ये आइडिया इस इंस्टेड ऑफ पुशिंग दिस कि आप यूनिफॉर्म सिविल कोड लाइए, आप अपने इन अलग अलग धर्मों के अंदर कुछ चेंजेस कीजिए। काफी चीजें यूनिफॉर्म ऑलरेडी हो चुकी हैं, तो जुवेनाइल जस्टिस एक्ट के अंदर आप अडॉप्शन कर सकते हैं और चीजें कर सकते हैं, तो आप मेंटेनेंस इंश्योर कीजिए। आप नो फॉल्ट डाइवोर्स, अब मैं नो फॉल्ट डाइवोर्स आपके ऑडियंस के लिए बता दूं, इसका मतलब है कि अगर पति पत्नी नहीं चाहते साथ में रहना, उनका डाइवोर्स हो जाए और वो एक पार्टी कोई जाए, उनका डाइवोर्स वो लगा सके। आज के दिन आपको प्रूव करना पड़ता है। लेट मी आस्क, इन वेस्टर्न कंट्री में तो नहीं इसे डाइवोर्स बारे इक्को गल ਇਹਦੇ ਵਿੱਚ ਹੀ ਪੁੱਛਣਾ ਚਾਹਨਾ, ਨਾਲੀ ਕਵਰ ਕਰ ਲਓ। ਮੈਂ ਕਿਸੇ ਵੈਸਟਰਨ ਕੰਟਰੀ 'ਚ ਇਹ ਕਹਿਣਾ ਕਿ ਇਹ ਮੈਂ ਜੀ, ਇਹ ਮੇਰੀ ਪਤਨੀ ਹੈ, ਅਸੀਂ ਦੋਨਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਇੱਕ ਦੂਜੇ ਦੇ ਨਾਲ ਨਹੀਂ ਰਹਿਣਾ, ਨਾ ਮੈਂ ਦੱਸਣਾ ਚਾਹਨਾ ਤੁਹਾਨੂੰ, ਨਾ ਇਹ ਦੱਸਣਾ ਚਾਹੁੰਦੀ ਹੈ, ਸਾਡੀ ਆਪਸ ਵਿੱਚ ਗੱਲ ਹੋ ਗਈ ਹੈ, ਸਾਡੇ ਜਰਾ ਕਾਗਜ਼ ਤਿਆਰ ਕਰੋ। नहीं वो आज भी है, वो आज भी है, म्यूचुअल कंसेंट, वो कुछ म्यूचुअल कंसेंट है, कुछ और चीज की बात है कि नो फॉल्ट डाइवोर्स में ये होता है कि अगर किसी एक पार्टनर को ये कहना है कि मैं इस
अपने पार्टनर के साथ नहीं रहना चाहता, पति हो या पत्नी, तो वो उसकी अर्जी डाल सकता है और वो कोर्ट अलाउ करता है। आप जानते हैं कनाडा में, यूके में, हर जगह वो है। उसके साथ एक और कॉन्सेप्ट है, क्योंकि हम जानते हैं कि कई बार जो दोनों पति और पत्नी होते हैं उनमें फर्क होता है, क्योंकि इनकम का फर्क होता है, हमारा पेट्रियार्कल सिस्टम है, तो कम्युनिटी ऑफ प्रॉपर्टी का भी बोला है। तो आप जानते हैं कि कनाडा में, ऑस्ट्रेलिया में जब शादी हो जाती है उसके बाद जब डाइवोर्स होते हैं तो प्रॉपर्टी 50-50 हो जाती है। बिल्कुल बिल्कुल। तो कम्युनिटी ऑफ प्रॉपर्टी, तो लॉ कमीशन ने ये भी कहा है कि ये कम्युनिटी ऑफ प्रॉपर्टी भी लाइए। तो क्या जब यूनिफॉर्म सिविल कोड आएगा क्या उसको भी लेके आएंगे? अगर इतना प्रोग्रेसिव ये स्टेप्स लाना चाहते हैं तो दे आर मोस्ट वेलकम। किसी भी जो 5 स्टेट्स की हम बात कर रहे हैं, किसी एक 5 स्टेटों में से किसी भी एक ने या सेंट्रल गवर्नमेंट ने एक भी ड्राफ्ट अब तक नहीं बनाया है, जो मेरी नॉलेज में है। एक भी ड्राफ्ट नहीं है। उत्तराखंड ने कमेटी बना देती है, फॉर्मर सुप्रीम कोर्ट जज ने, तो पिछले 70 साल से बनती आ रही है। आपके पास कोई ड्राफ्ट है कि ये पूरे देश में हम लागू करेंगे जिससे डिस्कशन हो सके? ठोस कुछ नहीं है। सरदार जगमोहन सिंह, मैं एक गल ते इन्हां नाल सहमत आ कि किसी हद तक पोल जुमला है, क्योंकि फरवरी 12-13 की गल है, उत्तराखंड में जो इलेक्शन हो रही थी तो लास्ट इलेक्शन रैली ते पुष्कर सिंह धामी होरां ने सडनली कहा कि असी यूनीफॉर्म सिविल कोड लागू करन लगे हां। अजे 10 दिन पहला मैनीफेस्टो आया सी, उहदे विच उन्हां ने नहीं कहा सी उत्तराखंड बोल दियां, अचानक उन्होंने कह दिता। हुण हिमाचल दे विच इलेक्शन है तो यूनीफॉर्म सिविल कोड हो गया, गुजरात दे विच है तो यूनीफॉर्म सिविल कोड हो गया, कर्नाटक वालियां ने अखबारां चों पढ़ लिया होना ते अगले साल उत्थे इलेक्शन है, उन्होंने भी झट कह दिता है। 5वीं स्टेट असम भी तैयार है, इमीडिएटली हेमंत बिस्वा शर्मा ते तैयार होंदे ने। सो उत्तराखंड, असम, गुजरात, हिमाचल, कर्नाटका 5 स्टेटां हो गई ने, बाकी भी तैयार हो जाएंगियां। यही गल अमित शाह होरां ने कही है कि 5 स्टेटां दे विच सूबियां दे विच कर रहे हैं। 3 स्टेटां दे विच उन्हां ने कमेटियां बना दित्तियां ने, एक विच रिटायर्ड सुप्रीम कोर्ट जज है, 2 विच हाई कोर्ट दे साबका चीफ जस्टिस ने। वो लोकां नाल मिल रहे ने, उन्हां तो व्यू लै रहे ने ते ये ऑबवियस है कि वो यूनीफॉर्म सिविल कोड अपनी अपनी स्टेट विच ले आणगे। अजे कि कॉन्स्टिट्यूशन दे विच, संविधान दे विच लिखिआ है कि सारे कंट्री विच एक यूनीफॉर्म सिविल कोड होएगा। सो ऑबवियसली वो तो नहीं है। तो अमित शाह जी ने कहता कि 2024 सानू जिताओ ते असी वो भी तुहानू लिया के दे रहे हैं। हुण मैनू ये दसो, एक खदशा सिख कम्यूनिटी दे विच अचानक क्यों है? ते ओहो ਜਿਹੀ कुछ रीजन मुस्लिम कम्यूनिटी दे विच भी होणगे। अकाली दल ने कह दिता कि तुसी हुण हिंदू राष्ट्र बनाने लगी है भाजपा, ते सतर्क हो जाओ। प्रोफेसर प्रेम सिंह चंदू माजरा रंदा मैं बयान पढ़ रहा सी, वो कहंदे इन्नियां डाइवर्सिटीज वाला देश है, सारियां नू तोड़ मरोड़ के इक्को सूई दे नक्के विचों इक्को जिहा करन लगी है जे भाजपा, ते इहदे तो बचो, इहदे नाल देश टुटेगा। व्हाई डू यू थिंक दिस इज द डायरेक्शन? मेरा ये सोचना है जी कि जेड़ा भारत सरकार दा, भाजपा दा ਇਹ ਪੁਸ਼ ਕਰਨਾ यूनिफॉर्म सिविल कोड नाल, जिथे ਉਹ ਇਲੈਕਸ਼ਨ ਦਾ ਇੱਕ ਸਟੰਟ ਕਿਹਾ ਜਾ ਸਕਦਾ, ਪਰ ਜਿਸ ਤਰੀਕੇ ਨਾਲ ਇਹ ਲੱਗੇ ਹੋਏ ਨੇ ਹਰ ਸਟੈਪ ਤੇ, ਉਸ ਨਾਲ ਮੈਨੂੰ ਇਹ ਨਹੀਂ ਲੱਗਦਾ ਕਿ ਇਟ ਇਜ਼ ਅ ਸ਼ਾਰਟ ਟਰਮ ਚੁਣਾਵੀ ਤੱਕ। ਹਾਂ, they are very serious about it. They are depending upon the directive principles of state policy of the constitution. लेकिन जस्टिस सीरवई ने जेड़े महाराष्ट्र के एडवोकेट जनरल रहे ने, उन्होंने क्लियर कहता है कि जेड़े ये डायरेक्टिव्स ने यूनिफॉर्म सिविल कोड दे अपने लेख च किया है, दे आर नॉट बाइंडिंग। हाँ, वो ठीक है, वो जस्टिसेबल है ही नहीं है। जे डायरेक्टिव प्रिंसिपल्स ने जी, फंडामेंटल फ्रीडम्स आर मोर इंपॉर्टेंट। सानू खदशा ये लगता है कि साडे लई पंजाब विच कड़ा ते किरपान पैना मुश्किल होया पिया स्कूलों विच ते कॉलेजां विच ते इम्तिहान देण लगिया। साडे जिहड़ी आनंद मैरिज एक्ट हैगी है, पहला 1909 च बनी, फिर 103 सालां बाद 2012 च बनी, ते हुण 2022 हो गया, 10 साल हो गए ने, कोई रजिस्ट्रेशन अंडर दी आनंद मैरिज एक्ट नहीं। मुख्यमंत्री साहब दा बयान आया, मुख्यमंत्री साहब नूं बहुत शर्म आनी चाहिए। कहंदे आ कि पंजाब जेड़ा सिख प्रधान, जिथे मेजोरिटी जिन्नी भी मेजोरिटी हैगी है सिखां दी हैगी है, उत्थे रजिस्ट्रेशन दा असी सिस्टम ठीक कर देंगे अंडर आनंद मैरिज एक्ट, अंडर दी आनंद मैरिज एक्ट। आज मैं अपने यूनिफॉर्म सिविल कोड ते आवाज नहीं सुनाई देती आम आदमी पार्टी दी। हाँ, वो उन्होंने वो हले ते वो देखणगे ना कि क्योंकि ये ते वैसे भी उन्होंने देखना भी दिल्ली तो की आवाज आंदियां ने, गुजरात विच की हुंदा, केजरीवाल साहब की कहणगे, उस हिसाब नाल वो इत्थे बयान देणगे ना। दिल्ली ते आप स्ट्रेटेजी, मतलब इस मामले ते भी आप स्ट्रेटेजी होगी। हाँ, आम आदमी पार्टी दी स्टैंडर्ड स्ट्रेटेजी होगी। मतलब साडा खर्चा ये है कि पंजाबी नूं भी मैं घट्टो घट इस मामले उस पॉलिटिक्स दे विच, उस पार्टीजन पॉलिटिक्स विच नहीं फसना चाहता, क्योंकि मुश्किल ही इस किस्म दी डिबेट नाल ये है कि असी झट देने ओनू जे सिर्फ पोलिटिकल पार्टियां दे एंगल तो देखना लग जाइए तो वो बनिया बनाया घड़िया घड़ाया है कि भाजपा इसलिए इंज कर रही है, ये उन्हां दा हिंदुत्व दा एजेंडा है, ते जिहड़ी माइनॉरिटीज ने, जिहड़ा कोड वर्ड है मुस्लिम्स दी, उन्हां नूं ये हुंदा कि भाजपा ते अगेंस्ट है मुसलमानां दे, इस करके जिहा कर रही है। मसले इस तो
ਤੋਂ ਕਿਧਰੇ ਜ਼ਿਆਦਾ ਪੇਚੀਦਾ ਨੇ। ਅਸੀਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੇ ਗੱਲ ਕਰਾਂਗੇ ਕਿ ਤੁਹਾਡੀ ਜ਼ਾਤੀ ਜ਼ਿੰਦਗੀ ਦੇ ਨਾਲ ਜਿਹੜੀ ਤੁਹਾਡੇ ਬੈਡਰੂਮ ਤੋਂ ਸ਼ੁਰੂ ਹੁੰਦੀ ਹੈ, ਬੱਚਿਆਂ ਨਾਲ ਤੁਹਾਡੇ ਰਿਸ਼ਤਿਆਂ ਦੇ ਵਿੱਚ ਹੁੰਦੀ ਹੈ, ਤੁਸੀਂ ਕਿਸ ਬੱਚੇ ਨੂੰ ਕਿੰਨੀ ਜਾਇਦਾਦ ਦੇਣੀ ਹੈ, ਤਲਾਕ ਹੋ ਜਾਏ ਤਾਂ ਕਿਸ ਨੂੰ ਕਿੰਨੇ ਪੈਸੇ ਮਿਲਣਗੇ, ਇਹਨਾਂ ਸਭ ਮਾਮਲੇ ਦੇ ਨਾਲ ਜਿਸ ਵੇਲੇ ਕਾਨੂੰਨ ਆ ਵੱਜਦਾ ਤੇ ਫਿਰ ਉਹ ਇੱਕੋ ਜਿਹਾ ਜਦੋਂ ਕਰਨ ਲੱਗਦੀ ਹੈ ਸਰਕਾਰ, ਤੇ ਕਿਉਂ ਤਰਾ ਹੋ ਰਹੀ ਹੈ ਰਾਜਨੀਤਿਕ ਹਲਕਿਆਂ ਦੇ। ਵਿਲ ਟਾਕ ਮੋਰ ਅਬਾਊਟ ਦਿਸ ਆਫਟਰ ਦਿਸ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਸਮਾਨ ਨਾਗਰਿਕ ਜ਼ਾਬਤੇ ਦੇ ਉੱਤੇ, ਯੂਨੀਫਾਰਮ ਸਿਵਲ ਕੋਡ ਦੇ ਉੱਤੇ। ਮੇਰੇ ਨਾਲ ਚਰਚਾ ਵਿੱਚ ਸ਼ਾਮਲ ਨੇ ਵਕੀਲ ਅਰਜੁਨ ਸ਼ਰੌਨ ਜੀ ਅਤੇ ਸਰਦਾਰ ਜਗਮੋਹਨ ਸਿੰਘ ਜੀ, ਐਕਸਪਰਟ ਨੇ, ਮਾਹਿਰ ਨੇ ਸਿੱਖ ਲੈਜਿਸਲੇਟਿਵ ਅਫੇਅਰ ਦੇ, ਸਿੱਖ ਕਾਨੂੰਨੀ ਮਸਲਿਆਂ ਦੇ। ਤੇ ਜਿਸ ਵੇਲੇ ਕਮਿਊਨਿਟੀ ਤੇ ਕਾਨੂੰਨ ਇਕੱਠੇ ਜੁੜ ਜਾਂਦੇ ਨੇ ਤਾਂ ਮਾਮਲੇ ਤਾਂ ਨੈਚੁਰਲੀ ਪੇਚੀਦਾ ਹੋ ਹੀ ਜਾਂਦੇ ਨੇ। ਇੱਕ ਗੱਲ ਬਾਰ-ਬਾਰ ਅਰਜੁਨ ਜੀ ਮੈਂ ਜਸਟ ਦਰਸ਼ਕਾਂ ਨੂੰ ਇੰਨਾ ਕੁ ਸਪਸ਼ਟ ਕਰ ਦਾਂਗਾ, ਤੁਸੀਂ ਬਾਰ-ਬਾਰ ਸ਼ਬਦ ਯੂਜ਼ ਕਰ ਰਹੇ ਹੋ ਡਾਇਰੈਕਟਿਵ ਪ੍ਰਿੰਸੀਪਲਸ। ਸੰਵਿਧਾਨ ਦਾ ਇਹ ਇੱਕ ਇਹੋ ਜਿਹਾ ਹਿੱਸਾ ਹੈ ਜਿਹਦੇ ਵਿੱਚ ਉਹ ਚੰਗੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਬਦਕਿਸਮਤੀ ਨਾਲ ਅਸੀਂ ਅਦਾਲਤ ਵਿੱਚ ਲਿਜਾ ਕੇ ਕਹਿ ਨਹੀਂ ਸਕਦੇ ਕਿ ਦੇਖੋ ਕਿੰਨਾ ਚੰਗਾ ਸੰਵਿਧਾਨ 'ਚ ਲਿਖਿਆ ਤੇ ਸਰਕਾਰ ਕਰ ਨਹੀਂ ਰਹੀ। ਇਹਦੇ ਵਿੱਚ ਸਮਝ ਲਓ ਵੀ ਗਰੀਬੀ ਹਟਾਉਣ ਲਈ ਲਿਖਿਆ ਹੋਇਆ, ਕਿਸੇ ਨਾਲ ਮਾੜਾ ਨਾ ਕੀਤਾ ਜਾਵੇ, ਗਊ ਦੀ ਰੱਖਿਆ ਕੀਤੀ ਜਾਵੇ ਤੇ ਸਾਰੇ ਨਾਗਰਿਕ ਇੰਨੇ ਇੱਕ ਸਮਾਨ ਹੋ ਜਾਣ ਕਿ ਉਹਨਾਂ ਦੇ ਵਿਆਹ ਸ਼ਾਦੀਆਂ, ਬੱਚੇ ਤੇ ਜਾਇਦਾਦਾਂ ਦੇ ਮਾਮਲੇ ਵੀ ਸਾਰੇ ਇੱਕੋ ਜਿਹੇ ਕਾਨੂੰਨ ਨਾਲ ਹੀ ਤੈਅ ਕੀਤੇ ਜਾਣ। ਇਹ ਕੰਮ ਕਰਨੇ ਨੇ ਤੇ ਹੁਣ ਸਰਕਾਰ ਇਹ ਕੰਮ ਕਰਨ ਤੇ ਆ ਗਈ ਹੈ। ਜੇ ਕਾਨੂੰਨ ਬਣ ਗਿਆ ਫਿਰ ਤੁਸੀਂ ਅਦਾਲਤ ਵਿੱਚ ਜਾ ਸਕਦੇ ਹੋ। अर्जुन जी नहीं, जस्ट टू क्लैरिफाई जी, मैं करदा लास्ट बिल्कुल वकील डेफिनेट जी जे तुसी आर्टिकल 44 दोबारा पढ़ो, श्योर स्टडी भी किता है सामने जी, उस च बड़ा क्लियर है कि वो कहंदे कि सरकार एक तरह दा यूनिफॉर्म सिविल कोड बनाएगी। वो ये नहीं कहती कि हर सिटीजन नु वो फॉलो करना पड़ेगा, कि एक मुहैया कराएगी एज अ फैसिलिटी। ਤੇ ਸਪੈਸ਼ਲ ਮੈਰਿਜ ਐਕਟ ਜਿਹੜਾ ਸੀ 954-55 ਚ ਉਹ ਪਹਿਲਾ ਲੈਜਿਸਲੇਸ਼ਨ ਸੀ ਜੋ ਉਹਦਾ ਪਾਰਟ ਸੀ। ਫॉर ਐਗਜ਼ਾਮਪਲ ਮੇਰੀ ਸ਼ਾਦੀ ਅੱਜ ਦੇ ਦਿਨ ਸਪੈਸ਼ਲ ਮੈਰਿਜ ਐਕਟ ਤੇ ਹੋਈ, ਐਕਚੁਅਲੀ ਚ ਹੋਈ ਹੈ। ਇਹਦਾ ਮਤਲਬ ਹੈ ਕਿ ਮੈਂ ਹਿੰਦੂ ਮੈਰਿਜ ਐਕਟ ਤੇ ਮੇਰੀ ਤੇ ਮੇਰੇ ਪਤਨੀ ਦੀ ਜਿਹੜੇ ਬੱਚੇ ਹੋਣਗੇ, ਸਾਡੇ ਬੱਚੇ ਹੋਣਗੇ, ਉਹਨਾਂ ਦੀ ਪ੍ਰਾਪਰਟੀਜ਼ ਉਸ ਹਿਸਾਬ ਨਾਲ ਹੀ ਹੋਣਗੀ। ਸੋ ਇਟ ਵਿਲ ਬੀ ਅ ਸੈਕੂਲਰ ਲਾਅ। ਤੇ ਜਿਹੜੀ ਲਾਅ ਕਮਿਸ਼ਨ ਦੀ ਰਿਪੋਰਟ ਵੀ ਕਹਿੰਦੀ ਹੈ ਕਿ ਤੁਸੀਂ ਆਲਰੇਡੀ ਇਹ ਕਾਨੂੰਨ ਬਣਾਇਆ ਹੋਇਆ ਜਿਹੜਾ ਕਾਮਨ ਹੈ, ਪਰ ਪ੍ਰੋਬਲਮ ਕੀ ਹੈ, ਇੰਨਾ ਪੇਚੀਦਾ ਬਣਾਤਾ, ਇੰਨੀ ਬਿਊਰੋਕ੍ਰੈਟਿਕ ਹਰਡਲਸ ਨੇ। ਤਾਂ ਅੱਜ ਜੇ ਮੈਨੂੰ ਹਿੰਦੂ ਸ਼ਾਦੀ ਕਰਾਣੀ ਹੋਏ, ਮੈਂ 5000 ਰੁਪਏ ਦੇ ਕੇ ਕਿਤੇ ਵੀ ਅੱਜ ਚੰਡੀਗੜ੍ਹ ਮੋਹਾਲੀ ਕਿਤੇ ਵੀ ਕਰਾ ਸਕਦਾ। ਇਹ ਖਰਚਾ ਹੁੰਦਾ ਮਿਨੀਮਮ। ਸਾਡੇ ਏਜੰਟਸ ਹੁੰਦੇ, ਮੈਰਿਜ ਏਜੰਟਸ ਕਰਾ ਲੈਂਦੇ ਨੇ ਸੇਮ ਡੇ ਮੈਰਿਜ, ਸੇਮ ਡੇ ਸਰਟੀਫਿਕੇਟ। ਪਰ ਜੇ ਮੈਨੂੰ ਸਪੈਸ਼ਲ ਮੈਰਿਜ ਐਕਟ ਕਰਾਣੀ ਹੋਏ, ਉਸ ਚ 1 ਮੰਥ ਦਾ ਨੋਟਿਸ, ਬਿਊਰੋਕ੍ਰੈਟਿਕ ਪ੍ਰੋਸੈਸ, ਡੀਸੀ ਦੇ ਕੋਲ ਜਾਣਾ। ਮੈਂ ਵਕੀਲ ਹੋ ਕੇ, ਮੇਰੀ ਪਤਨੀ ਵਕੀਲ ਨੇ, ਸਾਨੂੰ ਕਈ ਮਹੀਨੇ ਲੱਗ ਗਏ ਸੀ ਇਹ ਪ੍ਰੋਸੈਸ ਕੰਪਲੀਟ ਕਰਨ ਲਈ। ਸੋ ਇਮੇਜਿਨ ਕਰੋ ਆਮ ਬੰਦਾ ਤਾਂ ਕਰਾ ਹੀ ਨਹੀਂ ਪਾਉਂਦਾ। ਤਾਂ ਸਪੈਸ਼ਲ ਮੈਰਿਜ ਐਕਟ ਜਿਹੜੀ ਸ਼ਾਦੀਆਂ ਨੇ ਲੈਸ ਦੈਨ 5% ਨੇ, ਸ਼ਾਇਦ 1% ਸੇ ਵੀ ਕਮ ਨੇ। ਸੋ ਅੱਜ ਦੇ ਦਿਨ ਵੀ ਕੋਈ ਵੀ ਸਿਟੀਜ਼ਨ ਜੇ ਚਾਹੁੰਦਾ ਹੈ ਕੋਈ ਸੈਕੂਲਰ ਲਾਅ ਦੇ ਅੰਡਰ ਸ਼ਾਦੀ ਕਰਨਾ, ਮੇਨਟੇਨੈਂਸ, ਹਰ ਚੀਜ਼, ਉਹ ਸਪੈਸ਼ਲ ਮੈਰਿਜ ਐਕਟ ਤੇ ਸ਼ਾਦੀ ਕਰੇ। ਉਹਨੂੰ ਆਲਰੇਡੀ ਇਹ ਪ੍ਰੋਵੀਜ਼ਨ ਹੈਗਾ। ਸੋ ਟੇਕ ਮਾਈ ਕੁਐਸਚਨ ਨਾਓ, ਜਿਸ ਵੇਲੇ ਮੈਂ ਬਾਕੀ ਦੇ ਕਾਨੂੰਨ ਦੇਖਦਾ ਜਿਹੜਾ ਉਹਨਾਂ ਨੇ ਲਿਖ ਦਿੱਤਾ ਸੰਵਿਧਾਨ ਦੇ ਵਿੱਚ ਕਿ ਤੁਸੀਂ ਯੂਨੀਫਾਰਮ ਸਿਵਲ ਕੋਡ ਬਣਾਓ, ਜਦੋਂ ਮੈਂ ਦੇਖਦਾ ਇੰਡੀਅਨ ਕੰਟਰੈਕਟ ਐਕਟ ਹੈ, ਮੇਰੇ ਤੁਹਾਡੇ ਚ ਕੋਈ ਆਪਸ ਵਿੱਚ ਠੇਕਾ ਹੋ ਗਿਆ, ਤੈਅ ਹੋ ਗਿਆ, ਅਸੀਂ ਦੋਨਾਂ ਨੇ ਐਫੀਡੇਵਿਟ ਤੇ ਸਾਈਨ ਕਰ ਲਏ, ਸਟਾਂਪ ਪੇਪਰ ਤੇ ਬਣਾ ਲਿਆ, ਜਾਂ ਸਿਵਲ ਪ੍ਰੋਸੀਜਰ ਕੋਡ ਹੈ, ਜਾਂ ਸੇਲ ਆਫ ਗੁੱਡਸ ਹੈ, ਅਸੀਂ ਸਮਾਲ ਵੇਚਦੇ ਹਾਂ ਰੋਜ਼, ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਹੈ, ਪਾਰਟਨਰਸ਼ਿਪ ਐਕਟ ਹੈ, ਈਵਨ ਐਵੀਡੈਂਸ ਐਕਟ ਹੈ ਜਿਹਦੇ ਨਾਲ ਤੁਸੀਂ ਰੋਜ਼ ਡੀਲ ਕਰਦੇ ਹੋ, ਕੋਡ ਆਈਪੀਸੀ ਹਰ ਚੀਜ਼। ਹਾਂ, ਇਹਨਾਂ ਵਿੱਚ ਔਰ ਸਟੇਟਸ ਇਹਨਾਂ ਚ ਆਪਣੀਆਂ ਅਮੈਂਡਮੈਂਟਸ ਵੀ ਕਰ ਸਕਦੀਆਂ ਨੇ, ਭਾਵੇਂ ਕਰ ਸਕਦੀਆਂ ਨੇ, ਪਰ ਫੈਡਰਲ ਐਕਟ ਨੇ ਨਾ, ਕਿਉਂਕਿ ਯੂਨੀਫਾਰਮ ਕੋਡ ਤਾਂ ਬਣ ਰਿਹਾ ਨਾ। ਮੈਂ ਤੁਹਾਨੂੰ ਕਲੈਰੀਫਾਈ ਕਰਦੇ ਹਾਂ, 200 ਸਾਲ ਪਹਿਲਾਂ ਕ੍ਰਿਮੀਨਲ ਲਾਅ ਵੀ ਅਲੱਗ ਸੀ। ਤਾਂ ਤੁਸੀਂ ਜਿਹੜੇ ਰਿਲੀਜਨ ਤੋਂ ਬਿਲੋਂਗ ਕਰਦੇ, ਜੇ ਤੁਸੀਂ ਮੁਸਲਿਮ ਸੀ ਉਹਦਾ ਸੈਪਰੇਟ ਸੀ, ਹਿੰਦੂਆਂ ਦਾ ਸੈਪਰੇਟ ਸੀ, ਬਾਕੀਆਂ ਦਾ ਸੈਪਰੇਟ ਸੀ। ਸੋ ਇਹ ਪ੍ਰੋਸੈਸ ਰਹੀ ਹੈ। ਨੋ ਵਨ ਇਜ਼ ਸੇਇੰਗ ਕਿ ਉਦੋਂ ਉਹ ਦੁਨੀਆ ਖੂਬਸੂਰਤ ਲੱਗਦੀ ਹੋਏਗੀ ਕਿ ਮੁਸਲਮਾਨ ਜੇਬ ਕਤਰਾ, ਸਿੱਖ ਜੇਬ ਕਤਰਾ, ਹਿੰਦੂ ਜੇਬ ਕਤਰਾ। तो उसमें फिर उन्होंने क्या नहीं जेब कतरा सजा हो जी मिलेगी साबित। कास्ट वाइड इश्यूज होंदे सीगे, रिलीजियस इश्यूज। तो अल्टीमेटली रियलाइज किया गया कि तुसी क्रिमिनल लॉ नहीं एडमिनिस्टर कर सकते। तो नो वन इज सेइंग कि यूनिफॉर्म सिविल कोड का एक प्रावधान होना ही चाहिए, पर क्या वो हर बंदे से इंप्लीमेंट होना चाहिए? मेरा एक और सवाल है। श्योर। अल्टीमेटली तुसी देखो हिंदू मैरिज हिंदू सक्सेशन एक्ट च 2005-6 च अमेंडमेंट की गई कि जेडी कोपार्सनरी प्रॉपर्टी यानी ज्यादातर जेडी ट्रेडिशनल प्रॉपर्टीज अपनी खेती जमीन अगर एक्सेट्रा उस च औरतां दा फाइनली राइट दिता गया। तुसी अज भी देख लो एज पर डेटा
ਸਿਰਫ 10% ਪ੍ਰੋਪਰਟੀਜ਼ ਇਸ ਦੇਸ਼ ਵਿੱਚ 10% ਪ੍ਰੋਪਰਟੀ ਔਰਤਾਂ ਨੂੰ ਬਾਹਰ ਰੱਖਿਆ ਹੋਇਆ ਪ੍ਰਾਪਰਟੀ ਤੋਂ, ਖਾਸ ਤੌਰ ਤੇ ਐਗਰੀਕਲਚਰ ਤੋਂ ਤੁਸੀਂ ਕੱਲ ਇਸ ਤਰ੍ਹਾਂ ਦਾ ਲਾਅ ਬਣਾਓਗੇ ਕਿ ਕੰਪਲਸਰੀ ਹੋ ਜਾਏਗਾ ਕਿ ਤੁਸੀਂ ਵਿਲ ਵੀ ਨਹੀਂ ਕਰ ਸਕਦੇ ਕਿ ਸਾਰੀ ਪ੍ਰਾਪਰਟੀ ਐਨਓਸੀ ਲੈ ਕੇ ਮੁੰਡੇ ਨੂੰ ਦੇਤੀ। ਇਹ ਹੁੰਦਾ ਸਾਡੇ ਪਿੰਡਾਂ 'ਚ, ਰਾਈਟ, ਕਿ ਤੁਸੀਂ ਨਹੀਂ, ਉਹ ਤਾਂ ਕਹਿੰਦੇ ਭੈਣ ਨੇ ਮੰਗੀ ਕਿਉਂ ਹੈ, ਮਾੜੀ ਭੈਣ ਹੋ ਗਈ। ਤਾਂ ਕਾਨੂੰਨ ਦੇ ਬਾਵਜੂਦ ਤੁਸੀਂ ਇਸ ਸੋਸਾਇਟੀ ਦੇ ਨਾਲ ਤੁਹਾਨੂੰ ਚੱਲਣਾ ਪਏਗਾ। ਜੇ ਤੁਸੀਂ ਰਿਫਾਰਮ ਕਰਨਾ ਹੈ, ਮੈਂ ਕਹਿੰਦਾ ਰਿਫਾਰਮ ਕਰੋ, ਔਰਤਾਂ ਨੂੰ ਪੂਰੇ ਹੱਕ ਦਿਓ, ਹਰ ਇਨਸਾਨ ਨੂੰ ਪ੍ਰੋਪਰ ਹੱਕ ਦਿਓ ਤੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਦਿਓ। ਕੱਲ ਇੱਕ ਹੋਰ ਸਵਾਲ ਖੜਾ ਹੋਏਗਾ ਜੇ ਲਾਅ ਕਮਿਸ਼ਨ ਨੇ ਵੀ ਰੇਜ਼ ਕੀਤਾ ਹੈ ਕਿ ਕੱਲ ਜੇ ਤੁਸੀਂ ਇਸ ਤਰ੍ਹਾਂ ਦਾ ਯੂਨੀਫਾਰਮ ਸਿਵਲ ਕੋਡ ਬਣਾਉਂਦੇ ਹੋ, ਕੋਡੀਫਾਈ ਕਰਦੇ ਹੋ, ਅੱਜ ਤੋਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਧਰਮ 'ਚ ਹੈਗਾ ਤਾਂ ਦੇਰਫੋਰ ਵੀ ਆਰ ਫੋਲੋਇੰਗ ਹੈ, ਅਸੀਂ ਫੋਲੋ ਜਦੋਂ ਲਿਖਿਆ ਜਾਏਗਾ ਕਲੌਜ਼ਸ ਬਣ ਜਾਣਗੀਆਂ, ਕੋਡੀਫਾਈ ਹੋ ਜਾਏਗਾ। ਜਬ ਹਰ ਕਲੌਜ਼ ਕੋਡੀਫਾਈ ਹੋ ਜਾਏਗਾ, ਕਾਨੂੰਨ ਦੀ ਕਿਤਾਬ 'ਚ ਹੋਏਗਾ, ਤੇ ਤੁਸੀਂ ਉਹਨੂੰ ਆਰਟੀਕਲ 14 ਤੇ ਵੀ ਚੈਲੰਜ ਵੀ ਕਰ ਸਕਦੇ ਹੋ। ਚੈਲੰਜ ਕਈ ਚੀਜ਼ਾਂ ਹੋਈਆਂ ਵੀ ਨੇ ਤੇ ਉਹਨੂੰ ਹਰ ਚੀਜ਼ ਨੂੰ ਦੇਖਣਾ ਪਏਗਾ ਕਿ ਕਿਆ ਉਹ ਰਿਲੀਜਨ से ओके सी, क्या वो एक सेकुलर संविधान से एग्जिस्ट कर सकता है या नहीं। तो बहुत अहम सवाल ने। आई डोंट थिंक ये बीजेपी चाहती होनी है, पर ये चार शादियों इवन फ्रॉम विद इन द हिंदू कम्युनिटी जबरदस्त बहुत ज्यादा क्योंकि देखिए लॉ कमीशन ने की है कि असी को पर्सनल राइट्स खत्म कर दो। ਜੇ ਔਰਤਾਂ ਤੇ ਮਹਿਲਾਵਾਂ ਦੇ ਵਿੱਚ ਟੈਸਟੀਮੈਂਟਰੀ ਔਰ ਇਨਹੈਰੀਟੈਂਸ ਨੂੰ ਉਹਨਾਂ ਨੂੰ ਜੋ ਚੀਜ਼ਾਂ ਨਹੀਂ ਮਿਲਦੀਆਂ ਨੇ ਉਹ ਚੀਜ਼ ਖਤਮ ਕਰ ਦੋ। ਤਾਂ ਫॉर एग्जांपल लॉ कमीशन ने अपना काम ਕੀਤਾ ਪ੍ਰਾਪਰਟੀ ਦਾ ਹਿੱਸਾ ਮਿਲੇਗਾ ਤੇ ਇਹ ਬੰਬ ਗਿਰਨਾ ਹੈ। ਪਰ ਇਹ ਮੈਨੂੰ ਲੱਗਦਾ ਇਹ ਕਮੇਟੀਆਂ ਬਿਠਾ ਕੇ ਟਰਾਈ ਕਰ ਰਹੇ ਮੁੱਦਾ ਬਣਾ ਰਹੇ ਲੈਟ ਇਟ ਸਿਮਰ, ਪਰ ਐਕਚੁਅਲ 'ਚ ਕੁਝ ਨਹੀਂ ਕਰ ਰਹੇ। ਇਹ ਜਿਹੜਾ ਇਹਨਾਂ ਨੇ ਸ਼ਬਦ ਯੂਜ਼ ਕੀਤਾ ਨਾ ਵੀ ਇਹ ਬੰਬ ਗਿਰਨਾ ਹੈ, ਇਹਨੂੰ ਜਦੋਂ ਵੀ ਹੱਥ ਲਾਇਆ ਨਾ ਇਹ ਡਿੱਗਿਆ ਬੰਬ ਹੀ ਹੈ। ਜੂਨ 1948 ਦੇ ਵਿੱਚ ਜਿਸ ਵੇਲੇ ਸਟਾਰਟ ਹੋਇਆ ਮਾਮਲਾ, ਦੇਖੋ ਤੁਸੀਂ ਗੱਲ ਕੀਤੀ, ਸਾਰਾ ਯੂਨੀਫਾਰਮ ਸਿਵਲ ਕੋਡ ਦਰਅਸਲ ਜੈਂਡਰ ਇਕੁਐਲਿਟੀ ਦਾ ਮਸਲਾ ਲਗਾਤਾਰ ਹੈਗਾ, ਔਰਤਾਂ ਦੇ ਹੱਕਾਂ ਦਾ ਮਸਲਾ ਹੈ। ਸੰਵਿਧਾਨ ਦਿਵਸ ਮਨਾ ਰਿਹਾ ਨਵੰਬਰ 26 ਨੂੰ, ਉਹ ਬੜਾ ਠੰਡ ਵਾਲਾ ਦਿਨ ਸੀ ਦਸੰਬਰ 1946 ਦਾ, ਜਦੋਂ ਪਹਿਲੀ ਵਾਰੀ 192 ਲੋਕ ਤੇ 15 ਜਨਾਨੀਆਂ ਕਮਰੇ ਦੇ ਵਿੱਚ ਬੈਠੇ ਵੀ ਹਿੰਦੁਸਤਾਨ ਦਾ ਸੰਵਿਧਾਨ ਬਣਾਣਾ, ਤੇ ਕੌਂਸਟੀਟਿਊਐਂਟ ਅਸੈਂਬਲੀ ਬਣੀ ਸੀ। ਸਾਰਾ ਮਸਲਾ ਤਾਂ ਉੱਥੇ ਹੀ ਹੈ ਵੀ 192 ਉਧਰ ਨੇ ਤੇ 15 ਉੱਥੇ ਨੇ, ਤੇ ਫਿਰ ਸੰਵਿਧਾਨ ਇਹੋ ਜਿਹਾ ਹੀ ਬਣਨਾ ਸੀ। ਤੇ ਜੂਨ 1948 ਆਇਆ ਤੇ ਪ੍ਰੈਜ਼ੀਡੈਂਟ ਰਜਿੰਦਰਾ ਪ੍ਰਸਾਦ ਕਹਿੰਦੇ ਵੀ ਜੇ ਤੁਸੀਂ ਪਰਸਨਲ ਲਾਜ਼ ਦੇ ਵਿੱਚ ਚੇਂਜਸ ਕੀਤੀਆਂ, ਇਹ ਮਾਈਕਰੋਸਕੋਪਿਕ ਜੇ ਬੜੇ ਪੜ੍ਹੇ ਲਿਖੇ ਅਗਾਂਹ ਵਧੂ ਹਿੰਦੂ ਜਿਹੜੇ ਨੇ ਇਹ ਸਾਰੀ ਹਿੰਦੂ ਕਮਿਊਨਿਟੀ ਦੇ ਉੱਤੇ ਥੋਪਣਾ ਚਾਹ ਰਹੇ ਨੇ ਆਪਣੇ ਪ੍ਰੋਗਰੈਸਿਵ ਆਈਡੀਆਜ਼, ਮੈਂ ਵੀਟੋ ਕਰ ਦਿਆਂਗਾ, ਮੈਂ ਬਿੱਲ ਚੱਕ ਕੇ ਵਾਪਸ ਭੇਜ ਦਿਆਂਗਾ। ਉਸ ਵੇਲੇ ਪੰਗਾ ਪਿਆ ਜਦੋਂ 1951 ਚ ਪ੍ਰੈਜ਼ੀਡੈਂਟ ਰਜਿੰਦਰਾ ਪ੍ਰਸਾਦ ਨੇ ਅਪੋਜ਼ ਕੀਤਾ, ਉਸ ਵੇਲੇ ਹੋਇਆ ਇਵੈਂਚੁਅਲੀ ਹਾਲਤ ਇੱਥੋਂ ਤੱਕ ਆ ਗਈ ਕਿ ਅੰਬੇਦਕਰ had to resign on Hindu Code Bill। ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੇ ਐਸੇ ਗਲੇ ਪਿਆ, ਉਹਨਾਂ ਵਿਚਾਰਿਆਂ ਨੇ ਟੁਕੜੇ ਕਰਕੇ ਪਾਸ ਕਰਵਾਏ ਨੇ, ਉਹ ਵੀ 5 ਸਾਲਾਂ ਦੇ ਵਿੱਚ। ਤੇ ਫਿਰ ਉਹਦੇ ਵਿੱਚੋਂ ਅਸੀਂ ਕੋਈ ਇੱਕ ਸੈਕੂਲਰ ਜਿਹਾ ਕਾਨੂੰਨ, ਖੂਬਸੂਰਤ ਕਾਨੂੰਨ ਕੱਢਿਆ ਜਿਹੜਾ ਜਿਹਦੀ ਗੱਲ ਕਰ ਰਹੇ ਨੇ, ਜਿਹਦੇ ਥੱਲੇ ਅਰਜੁਨ ਸ਼ਰੋਨ ਕਹਿੰਦੇ ਨੇ ਮੈਂ ਸ਼ਾਦੀ ਕੀਤੀ ਹੈ, ਜਿਹੜਾ ਸਪੈਸ਼ਲ ਮੈਰਿਜ ਐਕਟ ਹੈ। ਤੇ ਇਸ ਐਕਟ ਦਾ ਇੱਕ ਨਾਲ ਹੀ ਸਮਝ ਲਓ ਵੀ ਇਹਦੇ ਨਾਲ ਨੱਥੀ ਕੀਤਾ ਦੂਜਾ ਐਕਟ ਹੈ ਇੰਡੀਅਨ ਸਕਸੈਸ਼ਨ ਐਕਟ, ਕਿ ਇਹਨਾਂ ਦੀ ਜਾਇਦਾਦ ਦਾ ਕੀ ਹੋਵੇਗਾ। ਇਹ ਦੋਨੋਂ ਐਕਟ ਆਪਸੇ ਹੀ ਨੱਥੀ ਹੁੰਦੇ ਨੇ, ਤੁਹਾਡਾ ਵਿਆਹ ਸ਼ਾਦੀ ਕਿਵੇਂ ਹੋਏਗੀ ਤੇ ਤੁਹਾਡੀ ਜਾਇਦਾਦ ਦਾ ਫਿਰ ਕੀ ਹੋਵੇਗਾ, ਇਹ ਦੋਨੋਂ ਐਕਟ ਨੇ। ਹੁਣ ਗੱਲ ਇਹ ਹੈ ਪ੍ਰੋਫੈਸਰ ਜਗਮੋਹਨ ਸਿੰਘ ਜੀ ਕਿ ਕੀ ਸਾਡੀਆਂ ਮਾਈਨੋਰਿਟੀਜ਼ ਕਮਿਊਨਿਟੀਜ਼ ਇਹਨਾਂ ਗੱਲਾਂ ਨੂੰ ਸਮਝਦੀਆਂ ਨੇ? ਕੀ ਮੁਸਲਿਮ ਕਮਿਊਨਿਟੀ ਜਾਂ ਸਿੱਖ ਕਮਿਊਨਿਟੀ ਵੀ ਮੈਜੋਰਿਟੀ ਕਮਿਊਨਿਟੀ ਵਾਂਗ ਆਪਣੇ ਅੰਦਰ ਝਾਤ ਮਾਰੇਗੀ ਕਿ ਸਾਡੀਆਂ ਜੈਂਡਰ ਇਨਇਕੁਐਲਿਟੀਜ਼ ਕਿੱਥੇ ਪਈਆਂ ਨੇ, ਯੂਨੀਫਾਰਮ ਸਿਵਲ ਕੋਡ ਦੀ ਕਿਵੇਂ ਜ਼ਰੂਰਤ ਹੈ? ਮੈਨੂੰ ਲੱਗਦਾ ਹੈ ਮੁਸਲਿਮਸ ਦੇ ਵਿੱਚ ਇੱਕ ਨਿਕਾਹਨਾਮਾ ਦੀ ਹੈ, ਦੈਟਸ ਅ ਪ੍ਰੀ ਨਪਚੁਅਲ ਐਗਰੀਮੈਂਟ, ਜਿਹੜਾ ਸਾਰੀ ਵੈਸਟਰਨ ਵਰਲਡ ਦੇ ਵਿੱਚ ਸਾਰੇ ਪਾਸੇ ਇਹਨੂੰ ਆਈਡੀਅਲ ਮੰਨਿਆ ਜਾਂਦਾ ਕਿ ਐਕਚੁਅਲੀ ਹੋਣਾ ਚਾਹੀਦਾ ਪ੍ਰੀ ਨਪਚੁਅਲ ਐਗਰੀਮੈਂਟ। ਤੇ ਜਦੋਂ ਕਹਿਣਗੇ ਕਿ ਭਾਈ ਇਹ ਮੁਸਲਮਾਨਾਂ ਦੇ ਵਿੱਚ ਹੈ, ਬਹੁਤ ਖੂਬਸੂਰਤ ਚੀਜ਼ ਹੈ, ਇਹ ਸਾਰਿਆਂ ਦੇ ਉੱਤੇ ਹੁਣ ਲਾਗੂ ਹੋਵੇਗੀ। ਮਿਹਰ ਦਾ ਸਵਾਲ ਹੈ, ਮੰਨ ਲਓ ਇੱਜ਼ਤ ਦਾ ਸਵਾਲ ਹੈ। ਇੱਜ਼ਤ ਇਜ਼ ਵਾਟ 4 lunar months plus 10 days, ਸੋ ਅਪਰੋਕਸੀਮੇਟਲੀ 125 ਦਿਨ 128 ਦਿਨ ਹੋ ਗਏ। ਤੇ 128 ਦਿਨ ਦਾ ਜਿਹੜਾ ਇੱਜ਼ਤ ਦਾ ਸਮਾਂ ਦਿੱਤਾ ਜਾਵੇਗਾ, ਮਿਹਰ ਦੀ ਰਕਮ ਹੈ, ਤੁਹਾਡੇ ਕੋਈ ਸਿਕਿਉਰਿਟੀਜ਼ ਨੇ, ਉਹ ਸਾਰੀਆਂ ਚੰਗੀਆਂ ਚੀਜ਼ਾਂ ਨੇ, ਉਹ ਲੈਣੀਆਂ ਪੈਣਗੀਆਂ। ਕੀ ਕਮਿਊਨਿਟੀਜ਼ ਆਪਣੇ ਅੰਦਰੋਂ ਇਸ ਤਰ੍ਹਾਂ ਦੇਖਣਗੀਆਂ ਕਿ ਵਿਦ ਇਨ ਦਾ ਕਮਿਊਨਿਟੀ ਵੀ ਕਨਫਲਿਕਟ ਹੋਣਗੀਆਂ? ਜਿਹੜਾ ਅਰਜੁਨ ਆਰਾਂ ਨੇ ਵਰਡ ਯੂਜ਼ ਕੀਤਾ ਹੈ ਕਿ ਸੱਚਮੁੱਚ ਬੰਬ ਸਾਰਿਆਂ ਦੇ ਉੱਤੇ ਡਿੱਗੇਗਾ। ਬਿਲਕੁਲ ਬੰਬ ਡਿੱਗੇਗਾ। ਜਿਹੜੇ ਸਿੱਖ ਮੇਰੇ ਵਰਗੇ ਵੀ ਇਹ ਕਹਿੰਦੇ ਨੇ ਕਿ ਸਿੱਖ ਸਿਵਲ ਕੋਡ ਹੋਣਾ ਚਾਹੀਦਾ, ਸਾਡੇ ਕੋਲ ਵੀ ਇਸ ਚੀਜ਼ ਦੀ ਜਿਹੜੀ ਕਹਿੰਦੀ ਸਿੱਖ ਸਿਵਲ ਕੋਡ ਹੋਣਾ ਚਾਹੀਦਾ। ਹਾਂਜੀ, ਤੇ ਉਹ ਸਾਰਿਆਂ ਨੂੰ ਇੱਕੋ ਕਰਨਾ ਚਾਹੁੰਦੇ ਨੇ, ਤੁਸੀਂ ਆਪਣਾ ਅਲੱਗ ਬਣਾਉਣਾ ਚਾਹੁੰਦੇ ਹੋ। ਅਸੀਂ ਆਪਣਾ ਅਲੱਗ ਬਣਾਉਣਾ ਚਾਹੁੰਦੇ ਆ। ਅਸੀਂ ਇਹ ਤੇ ਬੜੇ ਸੌਖੇ ਤਰੀਕੇ ਨਾਲ ਕਹਿ ਦਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਔਰਤਾਂ ਨੂੰ ਪੂਰਾ ਹੱਕ ਦਿੱਤਾ ਹੈ ਤੇ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ। ਲੇਕਿਨ ਅਸੀਂ ਪ੍ਰੈਕਟੀਕਲੀ ਜੇ ਦੇਖੀਏ ਤੇ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ, ਆਪਣੇ ਪਰਿਵਾਰਕ ਜੀਵਨ ਵਿੱਚ ਔਰਤਾਂ ਨੂੰ ਕਿੰਨਾ ਹੱਕ ਦਿੰਦੇ ਆ, ਇਹਦੇ ਬਾਰੇ ਸਾਨੂੰ ਵੀ ਵਿਚਾਰ ਕਰਨਾ ਪਏਗਾ। ਔਰ ਇਸੇ ਕਰਕੇ ਹੀ ਮੈਨੂੰ ਇਹ ਲੱਗਦਾ ਹੈ ਕਿ ਸਿੱਖ ਸਿਵਲ ਕੋਡ ਦਾ ਮਸਲਾ ਜਿੰਨੀ ਵਾਰੀ ਵੀ ਉੱਠਿਆ ਉਹ
ਇੰਡੀਆ ਦੇ ਯੂਨੀਫਾਰਮ ਸਿਵਲ ਕੋਡ ਦੇ ਰਿਐਕਸ਼ਨ ਵਜੋਂ ਆਇਆ। ਮਤਲਬ ਅਸੀਂ ਵੀ ਕੋਈ ਬਹੁਤ ਜ਼ਿਆਦਾ ਉਸ ਢੰਗ ਨਾਲ ਸੀਰੀਅਸ ਨਹੀਂ ਗਏ। ਫॉर ਐਗਜ਼ਾਮਪਲ ਅਸੀਂ ਕਹਿੰਦੇ ਆ ਕਿ 4 ਲਾਵਾਂ ਤੋਂ ਬਾਅਦ ਡਾਈਵੋਰਸ ਦਾ ਕਨਸੈਪਟ ਹੀ ਨਹੀਂ ਹੈਗਾ, ਜਨਮ ਦਾ ਰਿਸ਼ਤਾ ਹੋ ਜਾਂਦਾ। ਹਾਂਜੀ, ਪਰ ਹੁਣ ਜਿਸ ਵੇਲੇ ਡਿਵੋਰਸ ਲੈਣਾ ਹੁੰਦਾ ਹੈ, ਅੱਜ ਲੁਧਿਆਣੇ ਦੀਆਂ, ਅੰਮ੍ਰਿਤਸਰ ਦੀਆਂ ਤੇ ਜਲੰਧਰ ਦੀਆਂ ਅਦਾਲਤਾਂ ਜਾ ਕੇ ਦੇਖੋ ਕਿ ਕਿੰਨੇ ਸਿੱਖ ਗਰੀਬ ਤੋਂ ਲੈ ਕੇ ਅਮੀਰ ਜਿਹੜੇ ਨੇ ਉਹ ਡਿਵੋਰਸ ਕਰਾਉਣ ਲਈ ਖੜੇ ਨੇ ਹਿੰਦੂ ਮੈਰਿਜ ਐਕਟ ਦੇ ਅੰਦਰ, ਹਿੰਦੂ ਮੈਰਿਜ ਐਕਟ ਦੇ ਅੰਦਰ। ਤੇ 10 ਸਾਲ ਹੋ ਗਏ ਨੇ, ਕੁਝ ਟਾਵੇਂ 4 ਸਿੱਖਾਂ ਨੂੰ ਛੱਡ ਕੇ ਕਿਸੇ ਨੇ ਨਹੀਂ ਵੀ ਕਿਹਾ ਕਿ ਜੀ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟ੍ਰੇਸ਼ਨ ਤੇ ਹੋ ਹੀ ਨਹੀਂ ਰਹੀ। ਸਾਡੀਆਂ ਆਪਣੀਆਂ ਕਮਜ਼ੋਰੀਆਂ ਵੀ ਉਜਾਗਰ ਹੋ ਕੇ ਤੇ ਸਾਹਮਣੇ ਆਣਗੀਆਂ ਹੀ ਆਣਗੀਆਂ, ਉਹ ਵੀ ਇੱਕ ਬੰਬ ਡੇਗੇਗਾ ਕਮਿਊਨਿਟੀ ਦੇ ਉੱਤੇ। ਪਰ ਮੈਂ ਇਹ ਕਹਿਣਾ ਕਿ ਇਹ ਉਹਨਾਂ ਦਾ ਜਿਹੜਾ ਕਹਿਣਾ ਹੈ, ਸਰਕਾਰ ਦਾ ਜਿਹੜਾ ਸਾਡੇ ਤੇ ਥੋਪਣਾ ਹੈ ਨਾ, ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਪੰਜਾਬੀ ਨੂੰ ਅਸੀਂ ਖਤਰਾ ਸਮਝਨੇ ਆ, ਸਰਕਾਰ ਸਮਝਦੀ ਹੈ ਤੇ ਹਿੰਦੀ ਲਾਗੂ ਕਰਨਾ ਚਾਹੁੰਦੀ ਹੈ। ਇਸੇ ਤਰ੍ਹਾਂ ਹੀ ਸਾਨੂੰ ਇਹ ਲੱਗਦਾ RSS ਔਰ ਭਾਜਪਾ ਵੱਲੋਂ ਹਰ ਤੀਸਰੇ ਚੌਥੇ ਮਹੀਨੇ ਕੋਈ ਨਾ ਕੋਈ ਬਿਆਨ ਦੇ ਦਿੰਦਾ ਸਿੱਖ ਜੀ ਹਿੰਦੂਆਂ ਦਾ ਹਿੱਸਾ ਨੇ। ਠੀਕ ਹੈ ਨਾ ਜੀ। ਇੱਕ ਗੱਲ ਤਾਂ ਅੱਛੀ ਹੋਈ ਹੈ ਕਿ ਜਿਹੜਾ ਜੋ ਭਾਜਪਾ ਨੇ ਜਿਸ ਤਰ੍ਹਾਂ ਦਾ ਪੈਂਤੜਾ ਲਿਆ, ਚੁਣਾਵ ਹੀ ਹੋਵੇ ਕੁਝ ਹੋਵੇ, ਇੱਕ ਡਿਬੇਟ ਸਟਾਰਟ ਹੋਏਗਾ। ਇੱਕ ਅਲਟਰਾ ਆਰਥੋਡਾਕਸ ਮੁਸਲਿਮ ਕਮਿਊਨਿਟੀ ਹੈ ਜਿਹਨੂੰ ਅਸੀਂ ਮੁੱਲਾ ਕਹਿ ਦਿੰਦੇ ਆ। ਮੈਂ ਹੁਣ ਦੇਖ ਰਿਹਾ ਸੀ ਪਾਕਿਸਤਾਨ ਦੇ ਵਿੱਚ ਮੁਨੀਰ ਅਲੀ ਬਣੇ ਨੇ ਫੌਜ ਦੇ ਮੁਖੀ, ਲੋਕਾਂ ਨੇ ਲਿਖਿਆ ਮੁੱਲਾ ਜਨਰਲ ਹੈਜ਼ ਬਿਕਮ। ਇਟਸ ਵੈਰੀ ਸੈਡ ਕਿ ਜਰਨਲਿਜ਼ਮ ਇਸ ਲੈਵਲ ਤੇ ਆ ਗਿਆ। ਜਿਹੜਾ ਸਾਡੀ ਅਲਟਰਾ ਆਰਥੋਡਾਕਸ ਮੁਸਲਿਮ ਕਮਿਊਨਿਟੀ ਹੈ ਜਿਹਨੂੰ ਅਸੀਂ ਸੋ-ਕਾਲਡ ਮੁੱਲਾ ਕਹਿ ਦਿੰਦੇ ਆ, ਉਹ ਤੇ ਜਦੋਂ ਤੱਕ ਉਹ ਇਹਨਾਂ ਜ਼ਾਤੀ ਸ਼ਖਸੀ ਕਾਨੂੰਨਾਂ ਨੂੰ ਰਿਵੀਲਡ ਵਰਡ ਮੰਨੇਗਾ ਕਿ ਇਹ ਤਾਂ ਖੁਦਾ ਦਾ ਵਰਡ ਹੈ ਜਿਹੜਾ ਰਿਵੀਲ ਹੋਇਆ ਸ਼ਰੀਅਤ ਵਿੱਚ ਹੈ ਤੇ ਅਸੀਂ ਤਾਂ ਇਸ ਤਰ੍ਹਾਂ ਕਰਾਂਗੇ, ਤੇ ਫਿਰ ਉਹਨੂੰ ਕਨਫਲਿਕਟ ਵਿੱਚ ਲਿਆ ਦਿੰਦਾ ਹੈ ਮਾਡਰਨ ਸਟੇਟ ਦੇ ਬਰਾਬਰ। ਉਸ ਵੇਲੇ ਇਹ ਬਹਿਸ ਤਾਂ ਉੱਥੇ ਚੱਲਦੀ ਹੈ ਨਾ ਕਿ ਭਾਈ ਟਿਊਨੀਸ਼ੀਆ ਨੇ ਕਰ ਦਿੱਤਾ, ਟਰਕੀ ਨੇ ਕਰ ਦਿੱਤਾ, ਉਹਨਾਂ ਦੇ ਲਾਜ਼ ਇੰਨੇ ਪ੍ਰੋਗਰੈਸਿਵ ਨੇ, ਤੇ ਅੱਜ ਈਰਾਨ ਦੀਆਂ ਔਰਤਾਂ ਜਿਹੜੀਆਂ ਲੜ ਰਹੀਆਂ ਨੇ ਉਹ ਉਸ ਯੂਨੀਫਾਰਮਿਟੀ ਲਈ ਲੜ ਰਹੀਆਂ ਨੇ, ਲੜਾਈ ਉਸ ਯੂਨੀਫਾਰਮਿਟੀ ਦੀ ਹੈ। ਸਿੱਖ ਕਮਿਊਨਿਟੀ ਦੇ ਵਿੱਚ ਫਿਰ ਇਹ ਡਿਬੇਟ ਚੱਲੇਗਾ, ਉਹ ਗੱਲ ਕਰਨਗੇ ਯੂਨੀਫਾਰਮ ਸਿਵਲ ਕੋਡ ਦੀ, ਤੇ ਸਾਡੇ ਵਰਗੇ ਲੋਕ ਮਹਿਨੇ ਦੇਣਗੇ ਅਪੋਜ਼ ਕਰਨ ਵਾਲਿਆਂ ਨੂੰ ਕਿ ਤੁਸੀਂ ਤਾਂ ਉਹਨਾਂ ਤੋਂ ਵੱਡੇ ਸੀ, ਤੁਸੀਂ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਸੀ, ਤੁਹਾਡੇ ਆਪਣੇ ਜਿਹੜਾ ਸਿਵਲ ਕੋਡ ਬਣਾਉਂਦੇ ਹੋ ਉਹਦੇ ਵਿੱਚ ਦਿਖਾਓ ਕਿ ਸਰਬੱਤ ਕਿੱਥੇ ਹੈ, ਉਹਦੇ ਵਿੱਚ ਜੈਂਡਰ ਇਕੁਐਲਿਟੀ ਕਿੱਥੇ ਹੈ। ਸੋ ਬੀਜੇਪੀ ਬਹੁਤ ਸਾਰੇ ਬਰਾਉਨੀ ਪੁਆਇੰਟਸ ਗੇਨ ਕਰੇਗੀ ਤੇ ਕਾਂਗਰਸ ਦਾ ਤੁਸੀਂ ਦੇਖਿਆ ਹੁਣ ਤੱਕ ਚੁੱਪ ਹੈ, ਕੋਈ ਆਵਾਜ਼ ਨਹੀਂ ਨਿਕਲੀ। ਅਕਾਲੀ ਦਲ ਤੇ ਇੱਥੇ ਬੋਲਿਆ, ਹੁਣ ਕਾਂਗਰਸ ਕੀ ਕਹਿ ਕੇ ਅਪੋਜ਼ ਕਰੇ? ਜੇ ਉਹ ਅਪੋਜ਼ ਕਰਦੀ ਹੈ ਉਹ ਕਹਿਣਗੇ ਜੀ ਸੰਵਿਧਾਨ ਵਿੱਚ ਲਿਖਿਆ, ਜੇ ਉਹ ਸਪੋਰਟ ਕਰਦੇ ਨੇ ਇਮੀਡੀਏਟਲੀ ਤਾਂ ਲੋਕ ਕਹਿਣਗੇ ਪਹਿਲਾਂ ਪਖੰਡ ਕਰ ਰਹੇ ਸੀ, 75 ਸਾਲ ਤੋਂ ਕੀ ਕਰ ਰਹੇ ਸੀਗੇ। ਐਵਰੀਬਾਡੀ ਸਟਕ। ਇਟ ਇਜ਼ a complicated issue ਹੈ ਅਨਡਾਊਟਡਲੀ। ਤੇ ਸਾਨੂੰ ਮੇਰੀ ਸਭ ਤੋਂ ਵੱਡੀ, ਮੈਨੂੰ ਲੱਗਦਾ ਸਭ ਤੋਂ ਵੱਡੀ ਇਸ਼ੂ ਇਹੀ ਰਹੇਗਾ ਕਿ ਜੇ ਕੋਈ ਵੀ ਸਰਕਾਰ ਨਾ ਕੋਈ ਅੱਛਾ ਕਹਿੰਦੇ the way to hell is paved with good intentions, maybe ਇਹਨਾਂ ਦਾ good intention or maybe ਮੈਨੂੰ ਪਹਿਲਾਂ ਤਾਂ ਡਾਊਟ ਹੈ ਇਹਨਾਂ ਦਾ good intention। ਮੈਨੂੰ ਲੱਗਦਾ ਇਹ ਜੁਮਲਾ ਹੈ ਸਪੈਸ਼ਲੀ ਮਾਈਨੋਰਿਟੀ ਕਮਿਊਨਿਟੀ ਨੂੰ ਟਾਰਗੇਟ ਕਰਨ ਲਈ, ਤੁਹਾਨੂੰ ਲੱਗਦਾ ਇੱਕ ਇਹ ਦੇ ਲਈ ਕਰ ਰਹੇ ਨੇ ਐਜ਼ ਅ ਕਨਸੈਪਟ। ਇਟ ਇਜ਼ ਅ ਗੁੱਡ ਕਨਸੈਪਟ। ਕੋਈ ਨਹੀਂ ਕਹਿੰਦਾ ਕੋਈ ਤੇ ਯੂਨੀਫਾਰਮ ਸਿਵਲ ਕੋਡ ਦੀ ਬਾਤ ਹੋ ਰਹੀ ਹੈ, ਕਾਮਨ ਸਿਵਲ ਕੋਡ ਦੀ ਸਾਡੀ ਇਹਦੀ ਡਿਸਕਸ਼ਨ ਵੀ ਹੋਈ ਹੈ। ਯੂਨੀਫਾਰਮ ਸਿਵਲ ਕੋਡ ਇਹ ਡਾਈਵਰਸਿਟੀ ਨੂੰ ਇਨਕਲੂਡ ਕਰਦਾ ਹੈ। ਦੈਟ ਮੀਨਸ ਕਿ ਹਰ, ਤੇ ਦੂਸਰਾ ਇਹ ਕੰਪਲਸਰੀ ਨਹੀਂ ਹੁੰਦਾ ਐਸ ਪਰ ਆਰਟੀਕਲ 44 ਕੋਡ ਤੇ ਕੋਡੀਫਾਈ ਹੋ ਜਾਏਗਾ ਤੇ ਆਬਵੀਅਸਲੀ ਕੰਪਲਸਰੀ ਹੋ ਜਾਏਗਾ। ਡੰਡਾ ਹੀ ਜੇ ਡੰਡੇ ਦੇ ਜ਼ੋਰ ਤੇ ਕਰਾਣਾ ਕਿ ਅਸੀਂ ਇਹ ਲਾਅ ਹੈ ਇਹ ਪਾਸ ਕਰਤਾ ਹੈ ਹੁਣ ਫੋਲੋ ਕਰੋ, ਉਹਦਾ ਰਿਐਕਸ਼ਨ ਕੀ ਹੋਏਗਾ ਮੈਂ ਨਹੀਂ ਜਾਣਦਾ। ਮੈਂ ਸਿਮੈਂਟਿਕਸ ਵਿੱਚ ਨਹੀਂ ਜਾਣਾ ਚਾਹ ਰਿਹਾ ਯੂਨੀਫਾਰਮ ਦੇ ਤੇ ਕਾਮਨ ਦੇ, ਕਿਉਂਕਿ ਅਨਲਾਈਕ ਯੂ ਮੈਂ ਵਕੀਲ ਨਹੀਂ ਹੈਗਾ। ਇਹ ਸਿਮੈਂਟਿਕਸ ਨਹੀਂ ਹੈ, ਇਹ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਨੇ। ਇਸ ਤੇ ਕਾਫੀ ਡਿਸਕਸ਼ਨ ਹੋਈ ਹੈ ਕਨਸਟੀਟਿਊਐਂਟ ਅਸੈਂਬਲੀ 'ਚ। ਦਾ ਆਈਡੀਆ ਇਜ਼ ਕਿ UCC ਨੂੰ ਕਿਵੇਂ ਜੈਂਡਰ ਇਕੁਐਲਿਟੀ ਦੇ ਡਿਬੇਟ ਦੇ ਵਿੱਚ ਕਨਵਰਟ ਕੀਤਾ ਜਾਵੇ। ਇਸ ਜੈਂਡਰ ਇਕੁਐਲਿਟੀ ਹੋਣਾ ਚਾਹੀਏ। not only that, ਜੇ ਤੁਸੀਂ ਅਲੱਗ-ਅਲੱਗ ਡਾਈਵਰਸਿਟੀ ਨੂੰ ਵੀ ਇਨਕਲੂਡ ਕਰ ਲਓ, ਤੁਸੀਂ ਬਣਾ ਸਕਦੇ ਹੋ ਕੋਡ, ਪਰ ਕੁਐਸਚਨ ਹੈ ਇਹ ਬਣਾਉਣਾ ਜ਼ਰੂਰੀ ਹੈ। ਕਿਆ ਤੁਹਾਡੇ ਕੋਲ ਆਲਰੇਡੀ ਇਦਾਂ ਦੇ ਮੈਕੈਨਿਜ਼ਮ ਨੇ ਕਿ ਤੁਸੀਂ ਅਲੱਗ-ਅਲੱਗ ਰਿਲੀਜਨ ਦੇ ਕੋਡਸ ਨੂੰ ਮੋਡੀਫਾਈ ਕਰਕੇ ਇੱਕ ਕਾਮਨ ਲੈਵਲ ਤੇ ਲਾ ਸਕਦੇ ਹੋ? ਕਿਆ ਤੁਸੀਂ ਸਪੈਸ਼ਲ ਮੈਰਿਜ ਐਕਟ ਦੀ ਤਰ੍ਹਾਂ ਕੁਝ ਇਸ ਸਪੈਸ਼ਲ ਮੈਰਿਜ ਐਕਟ ਨੂੰ ਈਜ਼ੀ ਕਰ ਦਿਓ ਤਾਂ ਕਿ ਲੋਕ ਉਹਨੂੰ ਜ਼ਿਆਦਾ ਅਡਾਪਟ ਕਰਨ ਸ਼ੁਰੂ ਕਰੇ? ਪ੍ਰੋਗਰੈਸਿਵ ਜਾਂ ਸਿੱਖ ਸਿਵਲ ਕੋਡ ਆ ਜਾਵੇ। ਵਿਲ ਟਾਕ ਅਬਾਊਟ ਦਿਸ। ਇਸ ਵੇਲੇ ਜਦੋਂ ਤੱਕ ਹੁਣ ਤੱਕ ਮੈਂ ਬ੍ਰੇਕ 'ਚ ਜਾ ਰਿਹਾ, ਪਰ ਹੁਣ ਤੱਕ ਤਾਂ ਹਾਲਤ ਇਹੀ ਹੈ ਕਿ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਇਟਸ ਅ ਮੁਸਲਿਮ ਪ੍ਰੋਬਲਮ। Almost a circle the translation. It will become a Hindu problem actually. Okay. It will become a very big Hindu problem ਜੇ ਤੁਸੀਂ actually ਉਹਨੂੰ implement ਕਰੋਗੇ। ਵਾਪਸ ਆ ਕੇ ਗੱਲ ਕਰਦੇ ਹਾਂ ਕੁਝ ਉਹੋ ਜਿਹੇ ਕਾਨੂੰਨਾਂ ਬਾਰੇ ਜਿਹੜੇ ਇਹਦੇ ਨਾਲ ਜੁੜੇ ਨੇ ਤੇ ਆਲਰੇਡੀ ਹੁਣੇ ਪਾਸ ਕਰ ਦਿੱਤੇ ਗਏ ਨੇ। ਖਤਰੇ ਬਹੁਤ ਨਜ਼ਦੀਕ ਨੇ। ਆਫਟਰ ਦਿਸ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਜ਼ਾਤੀ ਜ਼ਿੰਦਗੀਆਂ ਕਿਵੇਂ ਜੀਵੀਆਂ ਜਾਣ ਤੇ ਕਾਨੂੰਨ ਨਾਲ ਤੁਹਾਡੇ ਪੇਚੇ ਕਿੱਥੇ ਕਿਵੇਂ ਪੈ ਸਕਦੇ ਨੇ ਜਦੋਂ ਤੁਸੀਂ ਵਿਆਹ ਕਰਨ ਲੱਗੋ ਜਾਂ ਵਿਆਹ ਤੋੜਨ ਲੱਗੋ।
ਜਾਂ ਇਹ ਫੈਸਲਾ ਕਰੋ ਕਿ ਮੁੰਡਾ ਮੈਂ ਰੱਖਣਾ ਹੈ ਤੇ ਕੁੜੀ ਇਹਨੂੰ ਦੇਣੀ ਹੈ, ਜਾਂ ਫਿਰ ਇਹ ਕਿ ਬਾਪੂ ਜੀ ਦੀ ਜਾਇਦਾਦ ਭੈਣ ਨੂੰ ਕਿੰਨੀ ਦੇਣੀ ਹੈ ਤੇ ਭਰਾ ਨੂੰ ਕਿੰਨੀ ਮਿਲਣੀ ਹੈ। ਇਹਦੇ ਬਾਰੇ ਸਾਰੇ ਦੇਸ਼ ਦੇ ਵਿੱਚ ਕਾਨੂੰਨਾਂ ਨੂੰ ਇੱਕਸਾਰ ਕਰਨ ਦੀ ਗੱਲ ਭਾਜਪਾ ਨੇ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਗੱਲਾਂ ਬੜੀ ਦੇਰ ਤੋਂ ਹੋ ਰਹੀਆਂ ਨੇ, 75 ਸਾਲਾਂ ਤੋਂ, ਅਸੀਂ ਹੁਣ ਦੁਬਾਰਾ ਆਏ ਨਾ ਤੇ ਸਾਰੇ ਦੇਸ਼ ਵਿੱਚ ਦਿਆਂਗੇ ਕਰ ਤੇ ਲੱਗ ਪਤਾ ਜਾਸੀ ਜਦੋਂ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਏਗਾ। ਅਰਜੁਨ ਸ਼ਰੌਨ ਜੀ ਵਕੀਲ ਸਾਡੇ ਨਾਲ ਨੇ ਤੇ ਪ੍ਰੋਫੈਸਰ ਜਗਮੋਹਨ ਸਿੰਘ ਜੀ। ਪ੍ਰੋਫੈਸਰ ਜਗਮੋਹਨ ਸਿੰਘ ਜੀ, ਇਹ ਸਿੱਖ ਜਿਨੇ ਜਿਹੜਾ ਕਮਿਊਨਿਟੀ ਬਣੀ ਹੈ, ਖਾਲਸਾ ਪੰਥ ਬਣਿਆ ਤੇ ਕਿਸ ਤਰ੍ਹਾਂ ਬਣਿਆ? ਲੋਕ ਮਤਲਬ ਕੱਲੇ ਬੱਚੇ ਪੈਦਾ ਕਰਕੇ ਤਾਂ ਧਰਮ ਨਹੀਂ ਫੈਲਦਾ ਨਾ, ਲੋਕ ਦੂਜੇ ਧਰਮਾਂ ਦੇ ਸੀ, ਕੋਈ ਮੁਤਾਸਰ ਹੁੰਦਾ ਹੈ ਤੇ ਆਪਣਾ ਧਰਮ ਬਦਲ ਲੈਂਦਾ। ਫਿਰ ਕੁਝ ਸਾਲਾਂ ਬਾਅਦ ਸਾਡੇ ਰੌਲਾ ਪੈ ਗਿਆ ਕਿ ਇਹ ਤੇ ਧਰਮ ਬਦਲੀ ਜਿਹੜੀ ਹੈ ਇਹ ਜਾਂ ਲਾਲਚ ਨਾਲ ਦਿੱਤੀ ਜਾ ਰਹੀ ਹੈ, ਜ਼ਬਰਦਸਤੀ ਦਿੱਤੀ ਜਾ ਰਹੀ ਹੈ, ਕਿਉਂਕਿ ਜਿਸ ਵੇਲੇ ਯੂਨੀਫਾਰਮ ਸਿਵਲ ਕੋਡ ਬਣਨਾ ਹੈ ਤੇ ਇਹਨੇ ਉਹਨਾਂ ਸਾਰੇ ਕਾਨੂੰਨਾਂ ਨਾਲ ਜਾ ਜੁੜਨਾ ਹੈ। ਇਸ ਵੇਲੇ ਗੱਲ ਇਹ ਹੈ ਕਿ ਜੇ ਮੈਂ ਅੱਜ ਫੈਸਲਾ ਕਰਾਂ ਕਿ ਮੈਂ ਮੁਸਲਮਾਨ ਬਣਨਾ ਤੇ ਬਹੁਤ ਸਾਰੇ ਰਾਜ ਇਦਾਂ ਦੇ ਨੇ ਜਿਨ੍ਹਾਂ ਨੇ ਕਾਨੂੰਨ ਪਾਸ ਕਰ ਦਿੱਤੇ ਨੇ। ਕਿਤੇ ਤਾਂ ਮੈਨੂੰ ਡਿਪਟੀ ਕਮਿਸ਼ਨਰ ਸਾਹਿਬ ਕੋਲ ਜਾ ਕੇ ਐਪਲੀਕੇਸ਼ਨ ਦੇਣੀ ਪੈਂਦੀ ਹੈ ਕਿ 1 ਮਹੀਨਾ ਪਹਿਲਾਂ ਮੈਂ ਦੱਸਾਂ ਕਿ ਜੀ ਮੈਂ ਮੁਸਲਮਾਨ ਬਣਨਾ, ਤੇ ਫਿਰ ਜਿੰਨੇ ਮੈਨੂੰ ਬਣਾਉਣਾ ਹੈ ਉਹਦੇ ਲਈ ਰਸਮ ਕਰਨੀ ਹੈ ਉਹਨੂੰ ਵੀ ਅੱਗੋਂ ਐਪਲੀਕੇਸ਼ਨ ਦੇਣੀ ਪੈਂਦੀ ਹੈ ਕਿ ਜੀ ਮੈਂ ਇਹ ਰਸਮ ਕਰਾਂਗਾ, 30 ਦਿਨ ਉਹਨੂੰ ਚਾਹੀਦੇ ਨੇ, ਕਿਸੇ ਕਿਸੇ ਰਾਜ ਵਿੱਚ 2 ਮਹੀਨੇ ਚਾਹੀਦੇ ਨੇ। ਤੇ ਡਿਪਟੀ ਕਮਿਸ਼ਨਰ ਸਾਹਿਬ ਇਹ ਫੈਸਲਾ ਕਰਨਗੇ ਵੀ ਤੈਨੂੰ ਇਜਾਜ਼ਤ ਮਿਲੇਗੀ ਕਿ ਨਹੀਂ, ਤੂੰ ਅਨਡਿਊ ਇਨਫਲੂਐਂਸ ਤਾਂ ਨਹੀਂ ਹੈਗਾ, ਤੈਨੂੰ ਕਿਸੇ ਨੇ ਲਾਲਚ ਤਾਂ ਨਹੀਂ ਦਿੱਤਾ। ਕਈ ਜਗ੍ਹਾ ਤੇ ਕਾਨੂੰਨ ਦੇ ਵਿੱਚ ਲਿਖਿਆ ਕਿ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਦਿਓ ਐਪਲੀਕੇਸ਼ਨ, ਡਿਪਟੀ ਕਮਿਸ਼ਨਰ ਲਾਏਗਾ, ਪੁਲਿਸੀਏ ਦੀ ਡਿਊਟੀ, ਸਬ ਇੰਸਪੈਕਟਰ ਆਏਗਾ ਤੇ ਪਤਾ ਕਰੇਗਾ ਤੁਸੀਂ ਲਾਲਚ ਵਿੱਚ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਹੈ ਕਿ ਕਿਸੇ ਨੇ ਅਨਡਿਊ ਇਨਫਲੂਐਂਸ ਕੀਤਾ। ਹੁਣ ਅਨਡਿਊ ਇਨਫਲੂਐਂਸ ਮੈਨੂੰ ਮੇਰਾ ਦੋਸਤ ਰੋਜ਼ ਰਾਬੀ ਗੱਲਾਂ ਸੁਣਾਵੇ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੀਆਂ, ਮੈਂ ਪ੍ਰਭਾਵਿਤ ਹੋਵਾਂ ਤੇ ਮੈਂ ਕਹਾਂ ਯਾਰ ਮੈਂ ਇਹ ਤੇ ਦੋਸਤ ਮੇਰਾ ਗਿਆ ਜੇਲ੍ਹ 'ਚ, ਮੈਨੂੰ ਇਜਾਜ਼ਤ ਮਿਲੇਗੀ ਨਹੀਂ ਤੇ ਉਹਨੂੰ ਪਾਣਗੇ ਜੇਲ੍ਹ ਦੇ ਵਿੱਚ ਕਿ ਤੂੰ ਅਨਡਿਊ ਇਨਫਲੂਐਂਸ ਕਰ ਰਿਹਾ ਸੀਗਾ। ਇਹ ਬਹੁਤ ਸਾਰੇ ਮਸਲੇ ਨੇ। ਕਿਸੇ ਨੇ ਹੁਣ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਿਵੇਂ ਹੋਣਾ ਹੈ, ਤੁਸੀਂ ਕਿਵੇਂ ਨੂੰ ਕਿਵੇਂ ਮੁਤਾਸਰ ਕਰਨਾ ਹੈ, ਕਿਸੇ ਨੇ ਹਿੰਦੂ ਧਰਮ ਦਾ ਪ੍ਰਚਾਰ ਪ੍ਰਸਾਰ ਕਿੱਦਾਂ ਕਰਨਾ ਹੈ, ਉਹਨੂੰ ਘਰ ਵਾਪਸੀ ਦਾ ਨਾਮ ਦਿੰਦੇ ਨੇ। ਇਹ ਸਾਰੇ ਕਾਨੂੰਨ ਵੀ ਉਸ ਵੇਲੇ ਸਾਰੇ ਬਹਿਸ ਦੇ ਘੇਰੇ ਵਿੱਚ ਆਣਗੇ ਜਿਸ ਵੇਲੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੋਵੇਗੀ। ਕਿਉਂ ਇਹਨਾਂ ਸਾਰੇ ਐਸਪੀਜੀ ਆਮ ਸੌਰੀ ਇਹ ਜਿਹੜੀ ਪ੍ਰੈਜ਼ੰਪਸ਼ਨ ਹੈ ਇਹ ਨਹੀਂ ਹੋਏਗਾ ਕਿਉਂਕਿ ਇਹ ਸੈਪਰੇਟ ਚੀਜ਼ਾਂ ਨੇ। ਸਿਵਲ ਕੋਡ ਸਿਰਫ ਕੁਝ ਚੀਜ਼ਾਂ ਲਈ ਹੈ, ਮੈਰਿਜ, ਗਾਰਡੀਅਨਸ਼ਿਪ, ਮੇਨਟੇਨੈਂਸ ਵਗੈਰਾ ਵਗੈਰਾ, ਇੱਕ ਗੱਲ ਹੈ। ਪਰ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਸਭ ਵੀ ਚੀਜ਼ਾਂ ਆਣਗੀ, ਇਹ ਆਲਰੇਡੀ ਪ੍ਰੋਟੈਕਟਡ ਨੇ ਆਰਟੀਕਲ 25 ਤੋਂ। ਸੈਡ ਸੋ ਦਾ ਵਕੀਲ ਨਾਓ ਪ੍ਰੋਫੈਸਰ ਜਗਮੋਹਨ ਸਿੰਘ ਜੀ, ਸਿੱਖਾਂ ਨੇ ਕੌਮੀ ਤੌਰ ਤੇ ਇਹ ਸਾਰੇ ਮਸਲੇ ਤੇ ਕਦੀ ਵਿਚਾਰ ਹੀ ਨਹੀਂ ਕੀਤਾ, ਕਦੀ ਵਿਚਾਰ ਨਹੀਂ ਕੀਤਾ। ਅਸੀਂ ਡਿਮਾਂਡ ਕਰ ਰਹੇ ਹਾਂ ਕਿ ਐਂਟੀ ਕਨਵਰਜਨ ਐਕਟ ਬਣਾਇਆ ਜਾਵੇ। ਅਕਾਲ ਤਖਤ ਤੋਂ ਡਿਮਾਂਡ ਸੁਣਾਈ ਦੇ ਰਹੀ ਮੈਨੂੰ। ਮੈਂ ਕੀ ਕਹਿ ਰਿਹਾ ਕਿ ਅਸੀਂ ਡਿਮਾਂਡ ਤੇ ਕਰਨੇ ਆ, ਅਸੀਂ ਵਿਚਾਰ ਨਹੀਂ ਕੀਤਾ ਕਿ ਬਈ ਜੇ ਸਾਨੂੰ ਜ਼ਬਰਦਸਤੀ ਕੋਈ ਕ੍ਰਿਸਚਨ ਬਣਾਉਂਦਾ, ਠੀਕ ਹੈ ਨਾ ਜੀ, ਉਹ ਜ਼ਬਰਦਸਤੀ ਦੀ ਗੱਲ ਨਹੀਂ ਕਰ ਰਿਹਾ। ਅਰਜੁਨ ਜੀ ਨੇ ਉਹਨੇ ਕਿਹਾ, ਮੈਂ ਕਹਿੰਦਾ ਅਨਡਿਊ ਇਨਫਲੂਐਂਸ ਤਹਿਤੀ ਕਤਾ ਕਲਾਮੀ ਲਈ ਮਾਫੀ, ਮੈਂ ਜਸਟ ਸਵਾਲ ਨੂੰ ਹੋਰ ਕਰ ਦਿਆਂ। ਅਰਜੁਨ ਜੀ ਨੇ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਯਾਰ ਬਿਲਕੁਲ ਅਲੱਗ ਗੱਲ ਹੈ, ਤੁਸੀਂ ਇਸ ਕਾਨੂੰਨ ਨਾਲ ਕਿੱਦਾਂ ਵਾਸਤਾ ਪਾ ਰਹੇ ਹੋ? ਮੇਰੀ ਪ੍ਰੋਬਲਮ ਹੈ ਕਿ ਯੂਨੀਫਾਰਮ ਸਿਵਲ ਕੋਡ ਇਹ ਫੈਸਲਾ ਕਰੇਗਾ ਕਿ ਮੇਰੀ ਸ਼ਾਦੀ ਕਿਹੜੇ ਕਾਨੂੰਨ ਥੱਲੇ ਹੋਣੀ ਹੈ, ਤੇ ਮੈਂ ਜਿਸ ਨਾਲ ਸ਼ਾਦੀ ਕਰ ਰਿਹਾ ਉਹ ਜੇ ਕਿਸੇ ਹੋਰ ਧਰਮ ਦੀ ਹੈ, ਮੈਂ ਯੂਨੀਫਾਰਮ ਸਿਵਲ ਕੋਡ ਥੱਲੇ ਉਹਦੇ ਨਾਲ ਸ਼ਾਦੀ ਕਰਨਾ ਚਾਹ ਰਿਹਾ, ਉਹ ਕਹਿੰਦੇ ਆ ਉਹਦਾ ਧਰਮ ਕਿਹੜਾ, ਤੇਰਾ ਧਰਮ ਕਿਹੜਾ, ਤੂੰ ਕਦੋਂ ਉਹ ਧਰਮ ਅਪਣਾਇਆ, ਤੂੰ ਕਿਤੇ ਉਹਦੇ ਨਾਲ ਇਸ ਕਰਕੇ ਤਾਂ ਨਹੀਂ ਸ਼ਾਦੀ ਕਰ ਰਿਹਾ। ਇਹ ਸਾਰੇ ਇਸ ਕਾਨੂੰਨ ਦੇ ਨਾਲ ਨੇ ਜਿਹੜੇ ਕਨਵਰਜਨ ਦੇ ਐਕਟ ਨੇ। ਇਹ ਉੜੀਸਾ ਦਾ ਪਹਿਲਾ ਕਾਨੂੰਨ ਹੈ 1967 ਦਾ। ਅਰਜੁਨ ਜੀ ਕਮ ਬੈਕ, ਆਈ ਐਮ ਕਮਿੰਗ ਟੂ ਯੂ। ਦਿਸ ਰਿਕੁਆਇਰਸ ਅ ਸਪੈਸ਼ਲ ਡਿਬੇਟ। ਇਹ ਐਂਟੀ ਕਨਵਰਜਨ ਲਾਅ ਤੇ ਉਹਦਾ ਮਿਸਯੂਜ਼, ਉਹਦਾ ਮਿਸਯੂਜ਼ ਆਪਣੇ ਆਪ ਚ ਡਿਬੇਟ ਹੈ। ਸਪੈਸ਼ਲ ਡਿਬੇਟ ਮੈਂ ਅੰਡਰ ਕੱਲ ਨੂੰ ਕੋਈ ਯੂਨੀਫਾਰਮ ਸਿਵਲ ਕੋਡ ਬਣ ਗਿਆ ਜਿਹੜਾ 2 ਸਿੱਖਾਂ ਦੀ ਸ਼ਾਦੀ ਦੇ ਉੱਤੇ ਕਰਦਾ ਹੈ, ਤਾਂ ਕੋਈ ਸਿੱਖ ਕਿਸੇ ਮੁਸਲਿਮ ਨਾਲ ਸ਼ਾਦੀ ਕਰੇਗਾ, ਕੋਈ ਹਿੰਦੂ ਕਿਸੇ ਮੁਸਲਿਮ ਨਾਲ ਸ਼ਾਦੀ ਕਰੇਗਾ, ਉਹਨੂੰ ਵੀ ਤਾਂ ਯੂਸੀਸੀ ਦੇ ਅੰਡਰ ਹੋਏਗੀ ਨਾ, ਯੂਸੀਸੀ ਦੇ ਅੰਡਰ ਹੋਏਗੀ ਨਾ। ਜਦ ਹੋਏਗੀ ਤਾਂ जब होगी तो पूछेंगे तू मुसलमान क्यों बने, हिंदू लड़की है, वो इररिलेवेंट हो जाएगा, वो इररिलेवेंट हो जाएगा। स्पेशल मैरिज एक्ट मोहल्ले चो एक शिकायत जानी ना, कानून दे विच तां एंटी कन्वर्जन एक्ट दे विच तां ये लिखिया ना स्पेशल मैरिज एक्ट। ਉਹ ਐਗਜ਼ੈਕਟਲੀ ਮੈਂ ਕਹਿ ਰਿਹਾ ਮਿਸਯੂਜ਼ ਤੇ ਇਹਨਾਂ ਦਾ ਬੰਨਾ ਇੱਕ ਸੈਪਰੇਟ ਇਸ਼ੂ ਹੈ। ਸਪੈਸ਼ਲ ਮੈਰਿਜ ਐਕਟ ਦੇ ਸੁਣ ਲਓ ਮੇਰੀ ਗੱਲ, ਮੈਂ ਯੂਜ਼ ਕਰਾਂਗਾ ਨਾ ਕਾਨੂੰਨ ਜੀ, ਮੈਂ ਮੇਰੀ ਗੱਲ ਸੁਣ ਲਓ। ਸਪੈਸ਼ਲ ਮੈਰਿਜ ਐਕਟ ਦੇ ਤਹਿਤ ਜੇ ਤੁਸੀਂ ਅੱਜ 2 ਮੁਸਲਿਮ ਜਾਂ ਸੌਰੀ ਡਿਫਰੈਂਟ ਰਿਲੀਜਨ ਦੇ ਲੋਕ ਸ਼ਾਦੀ ਕਰਦੇ ਨੇ, ਕੋਈ ਨਹੀਂ ਪੁੱਛਦਾ ਕਿਹੜੇ ਰਿਲੀਜਨ ਦੇ ਹੋ, ਦੈਟ ਇਜ਼ ਦ ਹੋਲ ਪੁਆਇੰਟ ਇੱਕ ਸੈਕੂਲਰ ਲਾਅ ਦਾ। ਮੈਂ ਮੰਨ ਰਿਹਾ ਜੀ, ਇਹ ਡਿਫਰੈਂਟ ਡਿਬੇਟ ਹੈ, ਇਹ ਬਿਲਕੁਲ ਸਹੀ ਗੱਲ ਹੈ ਕਿ ਮੈਂ ਤਾਂ ਮੰਨਦਾ ਇਹ ਲਾਜ਼ ਮੈਂ ਸਰ ਤੁਹਾਡੀ ਇਨੋਸੈਂਸ ਦੀ ਵੀ ਦਾਦ ਦਿੰਨਾ ਕਿ ਤੁਸੀਂ ਕਹਿ ਰਹੇ ਹੋ ਕੋਈ ਨਹੀਂ ਪੁੱਛਦਾ। ਇੱਥੇ ਤੁਸੀਂ ਵੈਡਿੰਗ ਕਾਰਡ ਪਾ ਕੇ ਦੇਖੋ ਨਾ ਜਰਾ WhatsApp ਦੇ ਉੱਤੇ ਕਿ ਕੋਈ ਪੁੱਛਦਾ ਕਿ ਨਹੀਂ ਪੁੱਛਦਾ, ਸਾਰਾ ਮੁਹੱਲਾ ਪੁੱਛਦਾ ਤੇ ਸਾਰਾ ਦੇਸ਼ ਪੁੱਛਣ ਲੱਗ ਜਾਂਦਾ। ਉਹ ਅਲੱਗ ਡਿਬੇਟ ਹੈ, ਉਹ ਅਲੱਗ ਡਿਬੇਟ ਹੈ। ਹੂਜ਼ ਅਬਦੁੱਲਾ ਇਜ਼ ਗੁੱਡ, ਹੂਜ਼ ਅਬਦੁੱਲਾ ਇਜ਼ ਬੈਡ, ਬਿਲਕੁਲ ਸਭ ਸਮਝ ਆ ਰਿਹਾ ਹੈ। ਪਰ यूसीसी एक ਹੋਰ ਮੁੱਦਾ ਹੈ, ਸੈਪਰੇਟ ਮੁੱਦਾ ਹੈ, ਉਹਦੀ ਅਲੱਗ ਡਿਬੇਟ ਹੋਏ। ਇਤਨੀ ਸੈਗਮੈਂਟੇਸ਼ਨ ਹੈ ਕਿ ਇਹ ਵਾਲਾ ਕਾਨੂੰਨ ਹੈ, ਮੈਂ ਇਹ ਉਸ ਕਾਨੂੰਨ ਥੱਲੇ ਮੈਨੂੰ ਨਾ ਕੁੱਟੋ ਜੀ, ਮੈਂ ਦੂਸਰੇ ਕਾਨੂੰਨ ਥੱਲੇ ਹਾਂ, ਤੁਸੀਂ ਸੜਕ ਤੇ ਜਾ ਕੇ ਦੱਸੋਗੇ ਕਿਸੇ ਨੂੰ। ਮੈਂ ਉਹੀ ਗੱਲ ਕਰ ਰਿਹਾ ਸੀ ਕਿ ਸਾਡੀ ਕੌਮ ਨੇ ਇਸ ਚੀਜ਼ ਦੇ ਉੱਤੇ ਡਿਸਕਸ਼ਨ ਤੇ ਡਿਬੇਟ ਨਹੀਂ ਕੀਤੀ।
ਸਰ ਮੈਂ ਕਹਿ ਰਿਹਾ ਪਹਿਲੀ ਗੱਲ ਅਸੀਂ ਐਲਾਨ ਕਰ ਦਿੰਨੇ ਆ, ਅਸੀਂ ਸਟੇਟਮੈਂਟ ਦੇ ਦਿੰਨੇ ਆ, ਚਾਹੇ ਸਾਡੀ ਪਾਰਟੀਆਂ ਕਰ ਦੇਣ, ਚਾਹੇ ਸਾਡੇ ਜਥੇਦਾਰ ਸਾਹਿਬ ਕਰ ਦੇਣ, ਲੇਕਿਨ ਅਸੀਂ ਇਹਦੇ ਵਿੱਚ ਕਨਫਰੰਟੇਸ਼ਨ ਆਫ ਦੀ ਇਸ਼ੂ ਜਿਹੜਾ ਹੈਗਾ, ਹੁਣ ਇੱਥੇ ਮਸਲਾ ਸਿਰਫ ਕਨਫਰੰਟ ਨਹੀਂ ਕੀਤਾ। ਕਮਿਊਨਿਟੀ ਐਂਟੀ ਕਨਵਰਜਨ ਐਕਟਸ ਦੇ ਉੱਤੇ ਜਿਹੜੇ ਜਗ੍ਹਾ ਜਗ੍ਹਾ ਤੇ ਬਣ ਰਹੇ ਨੇ, ਕਰਨਾਟਕ ਦੇ ਵਿੱਚ ਹੈ, ਮੱਧ ਪ੍ਰਦੇਸ਼ ਦੇ ਵਿੱਚ ਹੈ, ਹਰਿਆਣਾ, ਝਾਰਖੰਡ, ਛੱਤੀਸਗੜ੍ਹ, ਮੈਂ ਕਹਿ ਰਿਹਾ ਸਿਰਫ ਹਿਮਾਚਲ ਕਮਿਊਨਿਟੀ ਪਹਿਲਾਂ ਚੁੱਪ ਰਹੀ ਹੈ, ਹੁਣ ਕਮਿਊਨਿਟੀ ਡਿਮਾਂਡ ਕਰ ਰਹੀ ਹੈ ਐਂਟੀ ਕਨਵਰਜਨ ਐਕਟ। ਮੈਂ ਕਹਿ ਰਿਹਾ ਕਿ ਕਮਿਊਨਿਟੀ ਡਿਮਾਂਡ ਕਰ ਰਹੀ ਹੈ ਔਰ ਕਮਿਊਨਿਟੀ ਸਹੀ ਡਿਮਾਂਡ ਨਹੀਂ ਕਰ ਰਹੀ। आई एम सेइंग कैटेगोरिकली कि just having an anti-conversion act is not a panacea to stop even conversion under undue influence। ਜੋ ਕੌਮ ਮੰਗ ਰਹੀ ਹੈ ਉਹਦੇ ਵਿੱਚ ਵੀ ਪ੍ਰੋਬਲਮ ਹੈ। ਹਾਂ ਬਿਲਕੁਲ ਪ੍ਰੋਬਲਮ ਹੈਗੀ ਹੈ, ਕਿਉਂਕਿ ਹੁਣ ਮੈਨੂੰ ਦੂਜੀ ਗੱਲ ਦੱਸ ਦਿਓ, ਉਹ ਕੌਮ ਕਹਿ ਰਹੀ ਹੈ ਅਸੀਂ ਮਾਈਨੋਰਿਟੀ ਹਾਂ, ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ ਕਿ ਮਾਈਨੋਰਿਟੀ ਕੌਣ ਹੋਵੇਗਾ ਤੇ ਨਹੀਂ ਹੋਵੇਗਾ, ਕਿ ਜੇ ਉਹ ਕੇਸ ਦਾ ਫੈਸਲਾ ਇੱਕ ਤਰੀਕੇ ਨਾਲ ਹੁੰਦਾ ਹੈ ਤਾਂ ਤੁਸੀਂ ਤੇ ਪੰਜਾਬ ਦੇ ਵਿੱਚ ਮਾਈਨੋਰਿਟੀ ਨਹੀਂ ਹੋਵੋਗੇ। ਬਿਲਕੁਲ, ਮੈਂ ਤੇ ਕਹਿਣਾ ਇਹਦੇ ਨਾਲ ਵੀ ਨਹੀਂ ਕੋਈ ਮੱਥਾ ਲਾ ਰਹੀ। ਮੈਂ ਉਹੀ ਗੱਲ ਕਰ ਰਿਹਾ ਕਿ ਕਮਿਊਨਿਟੀ ਜਿਹੜੀ ਹੈ ਮਾਡਰਨ ਜਿਹੜੇ ਪ੍ਰੋਬਲਮਸ ਤੇ ਚੈਲੰਜਸ ਆ ਰਹੇ ਨੇ, ਸੇਮ ਸੈਕਸ ਮੈਰਿਜ ਹੈ, ਸਾਡੇ ਕੋਲ ਤੇ ਆਲਰੇਡੀ ਸਿੱਖ ਕੋਡ ਆਫ ਕੰਡਕਟ ਹੈਗਾ, ਸਿੱਖ ਰਹਿਤ ਮਰਿਆਦਾ ਹੈਗੀ ਹੈ। ਇੱਕ ਸੈਕਿੰਡ ਲਈ ਅਰਜੁਨ ਜੀ ਕੋਲ, ਅਰਜੁਨ ਜੀ ਇਹ ਸੇਮ ਸੈਕਸ ਮੈਰਿਜ ਵੀ ਯੂਨੀਫਾਰਮ ਸਿਵਲ ਕੋਡ ਥੱਲੇ ਫਿਰ ਐਡਮਿਨਿਸਟਰ ਹੋਏਗੀ ਨਾ? ਕੱਲ ਹੀ ਸੁਪਰੀਮ ਕੋਰਟ ਨੇ ਨੋਟਿਸ ਕੀਤਾ ਹੈ ਸਰਕਾਰ ਨੂੰ ਕਿ ਸਪੈਸ਼ਲ ਮੈਰਿਜ ਐਕਟ ਥੱਲੇ ਸੇਮ ਸੈਕਸ ਮੈਰਿਜ ਨੂੰ ਰੈਕੋਗਨਾਈਜ਼ ਕਰਨਾ ਚਾਹੀਦਾ ਹੈ। ਇੱਕ ਕਪਲ ਕੈਨੇਡਾ ਦੇ ਉਹ ਹੋਣੀ ਚਾਹੀਦੀ ਹੈ, ਪੋਸੀਬਲ ਹੈ। ਮੈਨੂੰ ਇੱਕ ਗੱਲ ਦਾ ਪ੍ਰੋਗਰੈਸ ਹੋਣੀ ਚਾਹੀਦੀ ਹੈ। ਮੈਂ ਹੁਣੇ ਰਹਿਨੁਮਾਈ ਹਾਸਲ ਕਰ ਲਾਂ, ਹੁਣੇ ਰਹਿਨੁਮਾਈ ਇੱਕ ਸੈਕਿੰਡ ਲਈ। ਨਹੀਂ, ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਕੈਨੇਡਾ ਦੇ ਸਿੱਖਾਂ ਨੇ ਉੱਥੇ ਦੇ ਸਿੱਖਾਂ ਨੂੰ ਕਹਿ ਦਿੱਤਾ ਕਿ ਬਈ ਜੇ ਕੋਈ ਸੇਮ ਸੈਕਸ ਮੈਰਿਜ ਕਰਦਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜਿਹੜੀਆਂ ਵੀ ਉਹਨਾਂ ਦੀਆਂ ਕੈਨੇਡਾ ਵਿੱਚ ਇਤਰਾਜ਼ ਨਹੀਂ, ਰਿਲੀਜੀਅਸ ਤੇ ਪੋਲੀਟੀਕਲ ਬਾਡੀਜ਼ ਨੇ। ਮੇਰੀ ਅਰਜ਼ ਸੁਣ ਲਓ, ਸਾਡੀ ਰਹਿਤ ਮਰਿਆਦਾ ਵਿੱਚ ਕਲੀਅਰ ਲਿਖਿਆ ਹੈ ਕਿ ਸੇਮ ਸੈਕਸ ਮੈਰਿਜ ਇਜ਼ ਨਾਟ ਅਲਾਉਡ। ਮੈਂ ਇਹ ਅਰਜ਼ ਕਰਨ ਦੀ ਜਸਾਰਤ ਕਰ ਰਿਹਾ ਸਿਰਫ। ਪੀਟ ਬਿਊਟੀਗਿਗ ਜਿਹੜਾ ਯੂਐਸ ਦਾ ਪ੍ਰੈਜ਼ੀਡੈਂਟ ਬਣਨਾ ਚਾਹ ਰਿਹਾ ਸੀ, ਡੈਮੋਕ੍ਰੈਟਿਕ ਪਾਰਟੀ ਵੱਲੋਂ ਨੋਮੀਨੀ ਬਣਨਾ ਚਾਹ ਰਿਹਾ ਸੀ, ਇਸ ਵੇਲੇ ਅਮਰੀਕਾ ਦਾ ਟਰਾਂਸਪੋਰਟ ਮਿਨਿਸਟਰ ਹੈ। ਅਮਰੀਕਾ ਤੇ ਇੰਪੋਰਟੈਂਟ ਕੰਟਰੀ ਹੋਣਾ ਤੇ ਉਹਦਾ ਟਰਾਂਸਪੋਰਟ ਮਿਨਿਸਟਰ ਇੰਪੋਰਟੈਂਟ ਆਦਮੀ ਹੋਏਗਾ। ਉਹ ਪੋਸੀਬਲੀ ਅਗਲਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਾਂ ਵਾਈਸ ਪ੍ਰੈਜ਼ੀਡੈਂਸ਼ੀਅਲ ਟਿਕਟ ਤੇ ਕੱਲ ਨੂੰ ਆ ਸਕਦਾ ਹੈ। ਹੁਣ ਕੱਲ ਨੂੰ ਉਹ ਆਵੇ ਹਿੰਦੁਸਤਾਨ ਜਾਂ ਹੁਣੇ ਹੀ ਆ ਜਾਵੇ, ਅਗਲੇ ਹਫਤੇ ਆ ਜਾਵੇ ਐਜ਼ ਅਮਰੀਕਾ ਦਾ ਟਰਾਂਸਪੋਰਟ ਮਿਨਿਸਟਰ ਤੇ ਆਪਣੇ ਪਤੀ ਦੇ ਨਾਲ ਆ ਜਾਵੇ, ਪੀਟ ਬਿਊਟੀਗਿਗ ਆਪਣੇ ਬੜੇ ਖੂਬਸੂਰਤ ਹਸਬੈਂਡ ਦੇ ਨਾਲ ਆ ਜਾਵੇ ਤੇ ਦੋਨੋਂ ਜਿਹਨੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਤੇ ਹੁਕਮ ਕੀ ਹੋਵੇਗਾ? ਸੇਮ ਸੈਕਸ ਮੈਰਿਜ ਨੂੰ ਅਸੀਂ ਰੈਕੋਗਨਾਈਜ਼ ਨਹੀਂ ਕਰਦੇ, ਅਸੀਂ ਉਹਨਾਂ ਨੂੰ ਐਜ਼ ਹਸਬੈਂਡ ਵਾਈਫ ਰੈਕੋਗਨਾਈਜ਼ ਨਹੀਂ ਕਰਦੇ। ਅਸੀਂ ਨਹੀਂ ਕਰਦੇ। ਮੱਥਾ ਟੇਕਣ ਕੋਈ ਵੀ ਆ ਸਕਦਾ, ਉਹ ਮੱਥਾ ਟੇਕਣ ਆਣ, ਦੋਨੋਂ ਹਸਬੈਂਡ ਆਣ, ਦੋਨੋਂ ਕੁੜੀਆਂ ਆਣ। ਮੈਂ ਸਾਰੀ ਟੈਕਨੀਕਲਿਟੀ 'ਚ ਜਾ ਸਕਦਾ। ਜਿਹੜੀ ਕਮਿਊਨਿਟੀ ਅਸੀਂ ਮਹਾਰਾਣੀ ਐਲਿਜ਼ਾਬੈਥ ਦੀਆਂ ਜੁਰਾਬਾਂ ਵਿੱਚ ਬਹੁਤ ਫਸੇ ਰਹੇ ਹਾਂ ਸਰ, ਬੜਾ ਡਿਬੇਟ ਕਰ ਰਹੇ ਹਾਂ ਉਹਦੀਆਂ ਜੁਰਾਬਾਂ ਬਾਰੇ, ਰਾਣੀ ਦੀਆਂ ਜੁਰਾਬਾਂ ਬਾਰੇ, ਪਵਿੱਤਰ ਸਥਾਨਾਂ ਦੇ ਹਵਾਲੇ ਨਾਲ ਤੇ ਗੁਰੂ ਸਾਹਿਬਾਂ ਦੇ ਹਵਾਲੇ ਨਾਲ ਬੜੇ ਡਿਬੇਟ ਕੀਤੇ ਨੇ। ਮੈਂ ਸਿਰਫ ਇਹ ਕਹਿ ਰਿਹਾ ਕਿ ਕਮਿਊਨਿਟੀ ਦੇ ਵਿੱਚ ਜਿਸ ਵੇਲੇ ਇਹ ਰਿਫਾਰਮਿਸਟ ਪ੍ਰੋਗਰੈਸਿਵ ਆਈਡੀਆਜ਼ ਦੀ ਬਹਿਸ, ਯੂਨੀਫਾਰਮ ਸਿਵਲ ਕੋਡ ਦੀ ਬਹਿਸ ਚੱਲੇਗੀ ਤਾਂ ਇਹ ਸਾਰੀਆਂ ਬਹਿਸਾਂ ਨੂੰ ਆਪਣੀ ਵਲਗਣ ਵਿੱਚ ਲਵੇਗੀ ਕਿ ਅਸੀਂ ਸੇਮ ਸੈਕਸ ਮੈਰਿਜ ਦੇ ਪ੍ਰਤੀ ਕੀ ਰਵੱਈਆ ਰੱਖਣਾ ਹੈ। ਜੇ ਇਸ ਵੇਲੇ ਇਹ ਟੈਕਨੀਕਲਿਟੀਜ਼ ਲੈਣੀਆਂ ਨੇ ਕਿ ਉਹ ਮੱਥਾ ਟੇਕਣ ਤੇ ਚਲੇ ਜਾਣ, ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ, ਇਟਸ ਅ ਡਿਫਰੈਂਟ ਥਿੰਗ ਦੈਨ ਸੈਲੀਬ੍ਰੇਟਿੰਗ LGBTQ+ communities ਨੂੰ ਆਪਣੇ embrace ਦੇ ਵਿੱਚ ਲੈਣਾ, ਉਹਦੇ ਤੋਂ ਬਹੁਤ different ਹੈ। But that celebration is also only an individual affair. If I want to go and celebrate and be party to it, if Harjeet Singh Sajjan wants to go, if anybody ਜੇ ਤੁਸੀਂ if you have a ਹੁਕਮਨਾਮਾ from the ਅਕਾਲ ਤਖਤ saying we don't recognize, no my point is that ਮੇਰੀ ਉਸ ਬੇਟੀ ਨੂੰ ਜਿਹੜੀ ਸੇਮ ਸੈਕਸ ਵੂਮਨ ਹੋਵੇ ਉਹਨੂੰ ਉਸੇ ਵੇਲੇ ਸਟ੍ਰੈਸ ਵਿੱਚ ਪਾਉਂਦੇ ਹੋ, ਉਹਨੂੰ ਡਿਪਰੈਸ਼ਨ ਵਿੱਚ ਪਾਉਂਦੇ ਹੋ, ਉਹਦੀ ਜ਼ਿੰਦਗੀ ਤੋਂ ਬਹੁਤ ਹਿੱਸਾ ਖੋਹਦੇ ਹੋ। ਮੈਂ ਇਹ ਕਹਿਣਾ ਕਿ ਆਈ ਐਗਰੀ ਵਿਦ ਯੂ, ਇਵਨ ਦੀ ਅਕਾਲ ਤਖਤ ਸ਼ੁੱਡ ਰੀਕਨਸੀਡਰ ਆਲ ਥੀਸ ਥਿੰਗਸ। ਇਹ ਗੱਲ ਤਾਂ ਹੋਣੀ ਪਏਗੀ, ਮਾਡਰਨ ਹੋਣੀ ਪਏਗੀ, ਸਾਨੂੰ ਇਹ ਗੱਲ ਤੇ ਕਰਨੀ ਪਏਗੀ ਨਾ ਕਿ ਬਈ ਇਹ ਜਿਹੜੇ ਚੈਲੰਜਸ ਆ ਰਹੇ ਨੇ ਜਿਹੜੇ ਕਿ ਐਨਵਿਸਾਜ ਨਹੀਂ ਸਨ 100 ਸਾਲ ਪਹਿਲਾਂ, 200 ਸਾਲ ਪਹਿਲਾਂ, ਔਰ ਅੱਜ ਹੈਗੇ ਨੇ ਐਂਡ ਦੇ ਆਰ ਅ ਰਿਐਲਿਟੀ। We can't miss it or give away। ਬਿਲਕੁਲ ਸਹੀ ਗੱਲ ਹੈ। ਨਹੀਂ, ਮੈਂ ਤਾਂ ਇੱਕ ਸਰ ਨਾਲ ਗੱਲ ਬਿਲਕੁਲ ਮੈਂ ਇਹ ਤਾਰਫ ਰੱਖਣਾ ਕਿ ਹਰ ਧਰਮ ਦੇ ਜਾਂ ਹਰ ਕਮਿਊਨਿਟੀ 'ਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਰਿਫਾਰਮ ਦੀ ਲੋੜ ਹੈ। ਤੁਸੀਂ 100 ਸਾਲ 200 ਸਾਲ 500 ਸਾਲਾਂ ਤੋਂ ਇਹਦੀ ਡਿਸਕਸ਼ਨ ਹੀ ਨਹੀਂ ਹੋਈ ਤੇ ਅੱਜ ਦੀ ਮਾਡਰਨ ਰਿਐਲਿਟੀ ਜਿੱਥੇ ਦੁਨੀਆ ਇੱਕਦਮ ਚੇਂਜ ਹੋ ਗਈ ਹੈ, ਸਾਨੂੰ ਉਹ ਰਿਐਲਿਟੀਜ਼ ਨੂੰ ਮੱਦੇਨਜ਼ਰ ਰੱਖ ਕੇ, ਕਾਨੂੰਨਾਂ ਨੂੰ ਤੇ ਕਨਸਟੀਟਿਊਸ਼ਨਲ ਮੋਰਲਿਟੀ ਨੂੰ ਮੱਦੇਨਜ਼ਰ ਰੱਖ ਕੇ ਆਪਣੇ ਆਪ 'ਚ, ਆਪਣੇ ਧਰਮਾਂ 'ਚ, ਕਮਿਊਨਿਟੀ ਸਟੈਂਡਰਡਸ 'ਚ ਚੇਂਜ ਲਾਣਾ ਹੀ ਪਏਗਾ, ਅਦਰਵਾਈਜ਼ ਵਿਦਰੋਹ ਹੋਏਗਾ। ਹੋਰ ਕੀ ਹੋਏਗਾ?
ਮੈਨੂੰ ਐਸੇ ਬੋਬਡੇ ਸਾਹਿਬ ਦੀ ਵੱਡੀ ਗੱਲ ਯਾਦ ਆ ਰਹੀ ਹੈ, ਹੁਣ ਮੈਂ ਬਹੁਤ ਚੈੱਕ ਕਰਕੇ ਨਹੀਂ ਆਇਆ ਰੈਫਰੈਂਸ, ਉਹ ਬੜੀ ਪ੍ਰੇਜ਼ ਕਰਦੇ ਸੀ ਗੋਆ ਦੀ ਕਿ ਆਓ ਗੋਆ ਦਾ ਕਾਨੂੰਨ ਦੇਖੋ, ਗੋਆ 'ਚ ਕਿੰਨਾ ਯੂਨੀਫਾਰਮ ਕਾਨੂੰਨ ਹੈ, ਬਿਊਟੀਫੁਲ, ਉੱਥੋਂ ਆ ਕੇ ਇੰਟੈਲੈਕਚੁਅਲਸ ਨੂੰ ਸਿੱਖਣਾ ਚਾਹੀਦਾ ਹੈ ਤੇ ਦੇਸ਼ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਕਿੰਨੀ ਜ਼ਰੂਰਤ ਹੈ। ਤੇ ਮੈਂ ਗੋਆ ਦਾ ਉਸ ਵੇਲੇ ਕਾਨੂੰਨ ਧਿਆਨ ਨਾਲ ਪੜਿਆ ਸੀ ਤੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ, ਬਿਲਕੁਲ ਨੇ, ਪੋਰਟੁਗੀਜ਼ ਦੇ ਲਾਜ਼ ਨੇ, 155 ਸਾਲ ਪੁਰਾਣੇ ਕਾਨੂੰਨ ਉੱਥੇ ਅਜੇ ਵੀ ਲਾਗੂ ਨੇ। ਤੁਸੀਂ ਦੂਸਰੀ ਸ਼ਾਦੀ ਕਰ ਸਕਦੇ ਹੋ ਜੇ ਬੱਚਾ ਨਾ ਹੋਏ ਪਹਿਲੀ ਸ਼ਾਦੀ ਤੋਂ, ਹਾਂ ਤਾਂ ਵਗੈਰਾ ਵਗੈਰਾ। ਪੋਰਟੁਗੀਜ਼ ਦੇ ਬਹੁਤ ਸਾਰੇ ਲਾਜ਼ ਨੇ, 200 ਸਾਲ ਪੁਰਾਣੇ ਲਾਜ਼ ਉੱਤੇ ਲਾਗੂ ਨੇ। यूनिफॉर्म कोड अपने आप च ना जे गलत बनाया हुए कोड, जे कानून गलत बनाया हुए तो यूनिफॉर्मली अप्लाई हो जाए, उस तो कोई अच्छी चीज नहीं हो जाती। एफर्ट ये होना चाहिए चाहे किसी भी पार्टी की सरकार होए कि सारी कम्युनिटीज दे जो तुसी लॉज ने कंसल्टेटिव तरीके नाल गलबात करके देखो क्या तरीका हो सकता है, तो तद कुछ ऐसा इस तरह की चीज लागू करो। बेटर स्टिल इनू ऑप्शनल बनाओ ताकि जिवें स्पेशल मैरिज एक्ट उस तरह ਦਾ ਪੂਰਾ ਢਾਂਚਾ ਹੋਏ ਤੇ ਇਹਨੂੰ ਈਜ਼ੀ ਬਣਾਓ ਕਿ ਇਨਸਾਨ ਨੂੰ ਜੇ ਜਿਹੜੀ ਈਜ਼ੀ ਦੀ ਗੱਲ ਹੈ, ਜਿਹੜੇ ਤੁਸੀਂ ਬੱਚੀ ਦੀ ਸਟ੍ਰੈਸ ਦੀ ਗੱਲ ਕੀਤੀ ਹੈ, ਜੀ ਸਟ੍ਰੈਸ ਦੀ, ਡਿਪਰੈਸ਼ਨ ਦੀ, ਪੋਸੀਬਲੀ ਮੌਤ ਦੀ ਕੀ ਬਾਤ ਕਰਤੇ ਹਾਂ। ਹੁਣ ਉਹਦੇ ਚ ਇਹ ਦੇਖੋ ਕਿ ਬਈ ਯੂਕੇ ਦੇ ਵਿੱਚ ਇਹ ਮਸਲਾ ਬਹੁਤ ਉੱਠਿਆ ਹੈ ਕਿ ਕੀ ਇੱਕ ਸਿੱਖ ਮੁੰਡੇ ਦਾ ਗੈਰ ਸਿੱਖ ਕੁੜੀ ਨਾਲ ਗੁਰਦੁਆਰਾ ਸਾਹਿਬ ਵਿੱਚ ਵਿਆਹ ਹੋ ਸਕਦਾ ਹੈ ਕਿ ਇੱਥੇ ਵੀ ਨੇ, ਇੱਥੇ ਵੀ ਨੇ, ਦੂਜੇ ਪਾਸੇ ਵੀ ਨੇ। ਹੁਣ ਇਹਦਾ ਬੜਾ ਸਿੰਪਲ ਜਿਹਾ ਉਹਨਾਂ ਨੇ ਸੋਲੂਸ਼ਨ ਕੱਢਿਆ, ਠੀਕ ਹੈ ਨਾ ਜੀ। ਉਹ ਕਹਿੰਦੇ ਜੀ ਗੁਰਦੁਆਰਾ ਸਾਹਿਬ ਵਿੱਚ ਵਿਆਹ ਨਹੀਂ ਹੋ ਸਕਦਾ, ਤੁਸੀਂ ਰਜਿਸਟਰ ਕਰਕੇ ਤੇ ਅੰਡਰ ਦੀ ਸਪੈਸ਼ਲ ਮੈਰਿਜ ਐਕਟ ਆਫ ਦੈਟ ਕੰਟਰੀ you register it and come and take the blessings of the Guru Granth Sahib. That is called denying me the protection of religion that I come to seek. No, that may be so, but then ਤੁਹਾਡੀ ਵੀ ਗੱਲ ਸੁਣੀ, ਮੇਰੀ ਵੀ ਸੁਣੀ, ਕੋਈ ਫੈਸਲਾ ਤਾਂ ਹੋਏਗਾ। ਨਹੀਂ ਉਹ ਤਾਂ ਹੈ ਹੀ ਆਪਣਾ ਨਹੀਂ, ਉਹ ਤੇ ਦੇਖੋ ਮੇਰਾ ਮਤਲਬ ਸੋਲੂਸ਼ਨ ਤਾਂ ਹੈ ਨਾ, ਦੇਖੋ ਅਦਰਵਾਈਜ਼ ਤਾਂ ਕੋਈ ਤੁਸੀਂ ਕਹਿੰਦੇ ਨਾ ਇਹ ਕਰੋ ਨਾ ਉਹ ਕਰੋ, ਸ਼ਾਦੀ ਨਾ ਕਰੋ। ਮੈਂ ਇੱਕ ਅੱਧਾ ਪੁਆਇੰਟ ਲਿਆਣਾ, ਲੋਕ ਇਹ ਵੀ ਕਹਿਣਗੇ ਜੀ ਕਿ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਹੋਏ ਉਹ ਵੀ ਗੁਰਦੁਆਰਾ ਸਾਹਿਬ ਵਿੱਚ ਆ ਕੇ ਤੇ ਗ੍ਰੰਥੀ ਸਿੰਘ ਬਣ ਸਕਦਾ, ਤੋ ਦੈਟ ਡਿਬੇਟ ਇਜ਼ ਐਨ ਐਂਡਲੈਸ ਵਨ। ਯੈਸ ਐਬਸੋਲੂਟਲੀ, ਉਹ ਪਿਊਰਿਟਨ ਦਾ ਡਿਬੇਟ ਹੋ ਜਾਏਗਾ। ਅਰਜੁਨ ਤੁਸੀਂ ਇੰਨੀ ਸਪੈਸ਼ਲ ਮੈਰਿਜ ਐਕਟ ਦੀ ਗੱਲ ਕੀਤੀ, ਕਿੰਨਾ ਖੂਬਸੂਰਤ ਹੈ। ਮੈਂ ਇਹ ਤਾਹਿਰ ਮਹਿਮੂਦ ਅਰਾਂ ਦਾ ਪੀਸ ਪੜ੍ਹ ਰਿਹਾ ਸੀਗਾ। ਤਾਹਿਰ ਮਹਿਮੂਦ ਤੁਸੀਂ ਮਾਈਨੋਰਟੀਜ਼ ਕਮਿਸ਼ਨ ਦੇ ਚੇਅਰਪਰਸਨ ਰਹੇ ਨੇ, ਮੁਸਲਿਮ ਲਾਅ ਦੇ ਬਾਰੇ ਇੰਨੀ ਜਾਣਕਾਰੀ ਰੱਖਦੇ ਨੇ, ਲਾਅ ਕਮਿਸ਼ਨ ਦੇ ਵੀ ਮੈਂਬਰ ਰਹੇ ਨੇ। ਬਾਏ ਦਾ ਵੀ ਇੱਕ ਗੱਲ ਤੁਸੀਂ ਬਾਰ-ਬਾਰ ਲਾਅ ਕਮਿਸ਼ਨ ਦਾ ਜ਼ਿਕਰ ਕੀਤਾ, ਮੈਂ ਇੰਨੀ ਗੱਲ ਕਹਿ ਦਿਆਂ ਕਿ ਬਾਈ ਵੇ ਲਾਅ ਕਮਿਸ਼ਨ ਨੂੰ ਇਹ ਯੂਨੀਫਾਰਮ ਸਿਵਲ ਕੋਡ ਵਾਲਾ ਮਾਮਲਾ ਭਾਜਪਾ ਕਹਿ ਰਹੀ ਕਿ ਅਸੀਂ ਸੌਂਪ ਰਹੇ ਹਾਂ। ਇਹ ਕਿਵੇਂ ਲਾਅ ਕਮਿਸ਼ਨ ਨੇ ਵੈਸੇ ਕਿਹਾ ਸੀ ਵੀ ਇਹਦੀ ਕੋਈ ਲੋੜ ਹੈ ਨਹੀਂ, ਨਾ ਇਹ ਫਿਜ਼ੀਬਲ ਹੈ ਤੇ ਨਾ ਹੀ ਡਿਜ਼ਾਇਰੇਬਲ ਹੈ, ਇਹਨਾਂ ਨੇ ਚਾਹੀਦਾ ਵੀ ਨਹੀਂ, ਹਜੇ ਤੱਕ ਲਾਅ ਕਮਿਸ਼ਨ ਨੂੰ ਭੇਜਿਆ ਨਹੀਂ ਸਰ। ਇਹਨਾਂ ਨੇ ਭੇਜਿਆ ਨਹੀਂ। ਬਾਏ ਦਾ ਵੇ ਲਾਅ ਕਮਿਸ਼ਨ ਦੇ ਨਵੇਂ ਚੇਅਰਮੈਨ ਉਹੀ ਨੇ ਜੋ ਕਰਨਾਟਕਾ ਦੇ ਚੀਫ ਜਸਟਿਸ ਹੈ, ਜਿਨ੍ਹਾਂ ਨੇ ਉੱਥੇ ਦੇ ਮਾਮਲੇ ਜਿਹੜਾ ਹਿਜਾਬ ਵਾਲੇ ਮਾਮਲੇ 'ਚ ਬੜੀ ਚਾਰ ਚੰਨ ਇਸ ਦੇਸ਼ ਦੇ ਲਾਅ ਨੂੰ ਲਾਏ ਨੇ। ਸਪੈਸ਼ਲ ਮੈਰਿਜ ਐਕਟ ਦੇ ਵਿੱਚ ਉਹਨਾਂ ਨੇ ਵੀ ਕਿਹਾ ਸੀ ਵੀ ਦੋਨੋਂ ਪਾਰਟੀਆਂ ਜੇ ਹਿੰਦੂ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਦੇ ਵਿਲ ਬੀ ਗਵਰਨਡ ਬਾਈ ਹਿੰਦੂ ਸਕਸੈਸ਼ਨ ਐਕਟ, ਨਾਟ ਬਾਈ ਇੰਡੀਅਨ ਸਕਸੈਸ਼ਨ ਐਕਟ। ਸੋ ਇਹ ਇੰਨਾ ਰੈਟਰੋਗੇਡ ਸਟੈਪ ਸੀਗਾ, ਪਰ ਇਹ ਕਿਸੇ ਕੋਰਟ ਨੇ ਕੁਐਸਚਨ ਨਹੀਂ ਕੀਤਾ। ਇਹ ਅਮੈਂਡਮੈਂਟ ਕੀਤੀ ਗਈ ਸੀ, ਇਹ ਅਮੈਂਡਮੈਂਟ ਕੀਤੀ ਗਈ ਸੀ ਉਸ ਵੇਲੇ, ਇਹ ਕਿਉਂਕਿ ਜਿਸ ਵੇਲੇ ਮੇਨਕਾ ਗਾਂਧੀ ਵਾਲਾ ਕੇਸ ਆਇਆ ਸੀਗਾ ਤਾਂ ਉਸ ਵੇਲੇ ਇਹਦੀ ਬੜੀ ਇਹ ਵੀ ਹੈ ਬਾਈ ਦਾ ਵੇ ਤੇ ਸਪੈਸ਼ਲ ਮੈਰਿਜ ਐਕਟ ਤੇ ਲਾਅ ਕਮਿਸ਼ਨ ਬਾਈ ਦਾ ਵੇ ਕਹਿੰਦੀ ਚੰਗਾ ਐਕਟ ਬਣਾ ਕੇ ਉਹਦੀ ਮਾੜੀ ਚੀਜ਼ ਪਾ ਸਕਦੇ ਆ। ਇਹ ਲਾਅ ਕਮਿਸ਼ਨ ਕੇ ਸਪੈਸ਼ਲ ਮੈਰਿਜ ਐਕਟ ਤੇ ਵੀ ਕਾਫੀ ਤਰੁੱਟੀਆਂ ਨਹੀਂ, ਉਹਨੂੰ ਫਿਕਸ ਕਰੋ। ਤੇ ਇੱਕ ਫॉर ਐਗਜ਼ਾਮਪਲ ਸਪੈਸ਼ਲ ਮੈਰਿਜ ਐਕਟ ਇਹ ਲਿਖਿਆ ਹੈ ਕਿ ਜੇ ਤੁਸੀਂ ਆਪਣੇ ਧਰਮ ਦੇ ਬਾਹਰ ਕੋਈ ਹਿੰਦੂ ਸ਼ਾਦੀ ਕਰਦਾ ਹੈ ਤਾਂ ਉਹ ਆਪਣੀ ਪੈਤ੍ਰਿਕ प्रॉपर्टी ਦਾ ਹੱਕ ਖੋ ਸਕਦਾ ਹੈ। ਵਾਓ, ਕਾਫੀ ਇਸ਼ੂਜ਼ ਨੇ, ਬੜੀ ਪ੍ਰੋਬਲਮਸ ਨੇ, ਰਿਫਾਰਮ ਦੀ ਲੋੜ ਹੈ, ਪਰ ਸਵਾਲ ਇਹ ਨਹੀਂ ਹੋਣਾ ਚਾਹੀਏ ਕਿ ਡੰਡੇ ਦੇ ਜ਼ੋਰ ਤੇ ਕਰਾਇਆ ਜਾਏ। ਇਹ ਜੈਂਡਰ ਜਸਟ ਲਾਅ ਹੋਣਾ ਚਾਹੀਏ, ਔਰਤਾਂ ਲਈ ਹੋਣਾ ਚਾਹੀਏ, LGBTQ ਕਮਿਊਨਿਟੀ ਤੇ ਈਵਨ ਮਰਦਾਂ ਨੂੰ ਵੀ ਡਿਵੋਰਸ ਦਾ ਹੱਕ ਦੇਗਾ ਕਿ ਨਹੀਂ ਇਹ ਕਾਨੂੰਨ, ਕਿ ਪਤਨੀਆਂ ਨੂੰ ਪਤੀ ਦੀ ਪ੍ਰਾਪਰਟੀ 'ਚ ਹੱਕ ਦੇਗਾ ਕਿ ਨਹੀਂ, ਈਵਨ ਐਟ ਦ ਟਾਈਮ ਆਫ ਡਿਵੋਰਸ। ਡਿਬੇਟ ਖਤਮ ਹੈ। ਜਾਂਦੇ ਜਾਂਦੇ ਇੱਕ ਐਵੇਂ ਟੋਟਕਾ ਜਿਹਾ ਇਹਦੇ ਬਾਰੇ ਜਦੋਂ ਮੈਂ ਗੱਲ ਕਰ ਰਿਹਾ ਸੀ ਤੇ ਹੱਥ ਆਇਆ, ਇਹ 17 ਅਗਸਤ ਸਨ 2000 ਨੂੰ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਸਵਾਲ ਪੁੱਛ ਰਹੇ ਨੇ ਕਿ ਯੂਨੀਫਾਰਮ ਸਿਵਲ ਕੋਡ ਕਦੋਂ ਲਾਗੂ ਹੋਏਗਾ। ਜਵਾਬ ਮਿਲਦਾ ਹੈ ਸਰਕਾਰ ਅਟਲ ਬਿਹਾਰੀ ਵਾਜਪਾਈ ਜੀ ਦੀ ਹੈ ਤੇ ਸਰਕਾਰ ਵੱਲੋਂ ਜਵਾਬ ਆਉਂਦਾ ਹੈ ਕਿ ਇਹ ਹਿੰਦੁਸਤਾਨ ਸਰਕਾਰ ਦੀ ਕੰਸਿਸਟੈਂਟ ਪਾਲਿਸੀ ਰਹੀ ਹੈ ਕਿ ਅਸੀਂ ਜਿਹੜੀਆਂ ਘੱਟ ਗਿਣਤੀ ਕਮਿਊਨਿਟੀ ਨੇ ਉਹਨਾਂ ਦੇ ਜ਼ਾਤੀ ਕਾਨੂੰਨਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਅਨਲੈਸ ਐਂਟਿਲ ਉਸ ਘੱਟ ਗਿਣਤੀ ਕਮਿਊਨਿਟੀ ਤੋਂ ਕੋਈ ਇਨੀਸ਼ੀਏਟਿਵ ਆਵੇ। ਇਸ ਕਰਕੇ ਇਹੋ ਜਿਹੇ ਮਾਮਲੇ 'ਚ ਕਿਸੇ ਕਿਸਮ ਦਾ ਕੋਈ ਟਾਈਮ ਫਰੇਮ ਅਸੀਂ ਨਹੀਂ ਬਣਾਉਣਾ ਚਾਹੁੰਦੇ। ਸਵਾਲ ਪੁੱਛਣ ਵਾਲੇ ਦਾ ਨਾਮ ਯੋਗੀ ਆਦਿੱਤਿਆਨਾਥ ਹੈ, ਜਵਾਬ ਦੇਣ ਵਾਲੇ ਦਾ ਨਾਮ ਲਾ ਮੰਤਰੀ ਹਿੰਦੁਸਤਾਨ ਦੇ ਅਰੁਣ ਜੈਤਲੇ ਜੀ ਹਨ। ਹੁਣ ਅਮਿਤ ਸ਼ਾਹ ਜੀ ਜਿਹੜੇ ਦੇਸ਼ ਦੇ ਅਸਲੀ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਕਹਿ ਦਿੱਤਾ ਕਿ ਭਾਈ ਲਿਆਓ ਸਾਨੂੰ 2024 ਚ ਤੇ ਕਸਮ ਖੁਦਾ ਦੀ ਕਰਕੇ ਦਿਖਾਵਾਂਗੇ। ਹਜੇ ਹੁਣ ਹੀ ਕਰ ਦੋ, ਮੈਂ 2 ਸਾਲ ਨੇ ਤੁਹਾਡੇ ਕੋਲ ਕਰਕੇ ਡਰਾਫਟ ਬਣਾ ਦੋ, ਦੇਖੋ डिस्कशन होगी। सूबा कर रहे हैं, कदम कदम चाप आगे चलेगी, देखना होता है क्या। सूबा कर नहीं पाएंगे।
मेरा मतलब है नॉर्थ ईस्ट में जाएं, मैं नागालैंड जाके आया, उत्ते त्रिपुरा जाके हर ट्राइबल दा हर नागालैंड मेघालय मिजोरम हैव स्पेशल ਉਹਨਾਂ ਕੋਲ ਪ੍ਰੋਟੈਕਸ਼ਨ ਹੈ ਨਾ, ਇੰਪਲੀਮੈਂਟੇਸ਼ਨ ਕਿੱਥੇ 200 ਟ੍ਰਾਈਬਸ ਉਹਨਾਂ ਕੋਲ ਪ੍ਰੋਟੈਕਸ਼ਨ ਹੈ। ਇਸ ਮੁਲਕ ਨੂੰ ਯੂਨੀਫਾਰਮ ਸਿਵਲ ਕੋਡ ਨਹੀਂ ਚਾਹੀਦਾ, ਬਿਲਕੁਲ ਬ੍ਰੇਕ ਇਸ ਮੁਲਕ ਨੂੰ ਯੂਨੀਫਾਰਮ ਸਿਵਲ ਰਾਈਟਸ ਕੋਡ ਚਾਹੀਦਾ। ਬਿਲਕੁਲ ਸਹੀ। ਤੁਸੀਂ ਆਪਣੀਆਂ ਗੱਲਾਂ ਕਹਿ ਲਈਆਂ, ਪਰ ਅਰਜੁਨ ਦੀ ਗੱਲ ਠੀਕ ਹੈ, ਬੰਬ ਡਿੱਗ ਪਿਆ, ਹੁਣ ਸੰਭਾਲ ਲਓ। ਅੱਜ ਲਈ ਨਹੀਂ, ਧੰਨਵਾਦ, ਤੇਰਾ ਬਰਕ।